ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਰੂਪ ਵਿੱਚ ਆਪ ਜੀ ਜੁੜ ਬੈਠੇ ਹੋ। ਸਹਿਜਤਾ ਦਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਪਵਿੱਤਰ ਜੀਵਨ ਦੀ ਕਥਾ ਨੂੰ ਸਰਵਣ ਕਰਕੇ ਸਮੇਂ ਨੂੰ ਸਫਲਾ ਬਣਾਈਏ। ਗੁਰ ਇਤਿਹਾਸ ਜੀ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਦੇ ਸਫ਼ਰ ਦੇ ਦੌਰਾਨ ਚੱਲਦੇ ਹੋਏ ਇੱਕ ਸਾਧੂ ਦੇ ਆਸ਼ਰਮ ਦੇ ਵਿੱਚ ਜਾ ਬੈਠੇ। ਜੋ ਆਸ਼ਰਮ ਸਿੱਧਾਂ ਦੇ ਵਿੱਚੋਂ ਭਰਥਰੀ ਜੀ ਦਾ ਹੈ, ਪਰ ਇਸ ਵੇਲੇ ਇਸ ਆਸ਼ਰਮ ਦੇ ਵਿੱਚ ਕੋਈ ਮੌਜੂਦ ਨਹੀਂ ਸੀ। ਥੋੜ੍ਹੀ ਦੇਰ ਬਾਅਦ ਭਰਥਰੀ ਜੀ ਆਸ਼ਰਮ ਪਹੁੰਚੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਬੜੇ ਪ੍ਰਸੰਨਚਿਤ ਹੋਏ। ਪੁੱਛਦੇ ਨੇ, ਤੁਹਾਡਾ ਦੇਸ਼ ਕਿਹੜਾ ਹੈ, ਕਿੱਥੋਂ ਆਏ ਹੋ, ਆਪ ਜੀ ਦਾ ਨਾਮ ਕੀ ਹੈ? ਭਾਈ ਬਾਲਾ ਜੀ ਨੇ ਦੱਸਿਆ, ਇਹ ਹਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ। ਅਸੀਂ ਇਹਨਾਂ ਦੇ ਸਾਥੀ ਪੰਜਾਬ ਤੋਂ ਆਏ ਹਾਂ। ਸੁਣ ਕੇ ਚਰਨਾਂ ਤੇ ਲੰਮਾ ਪੈ ਗਿਆ। ਕਹਿੰਦਾ, ਪਾਤਸ਼ਾਹ ਮੈਂ ਤੇ ਬੜੇ ਲੰਮੇ ਸਮੇਂ ਤੋਂ ਤੁਹਾਡੀ ਉਡੀਕ ਕਰਦਾ। ਗੁਰੂ ਬਾਬਾ ਜੀ ਮੁਸਕਰਾ ਕੇ ਪੁੱਛਦੇ ਨੇ, ਭਰਥਰੀ ਜੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ? ਫਿਰ ਉਹ ਆਪਣੇ ਭੂਤਕਾਲ ਦੀ ਕਥਾ ਸੁਣਾ ਰਹੇ ਨੇ। ਭਰਥਰੀ, ਇੱਕ ਸਮਾਂ ਐਸਾ ਸੀ ਜੰਗਲ ਵਿੱਚ ਤਪ ਕਰਦੇ ਹੋਏ ਪਰਮ ਆਤਮਾ ਨਾਰਦ ਮੁਨੀ ਜੀ ਮੈਨੂੰ ਆਣ ਮਿਲੇ। ਪ੍ਰੇਮ ਭਗਤੀ ਵਿੱਚ ਭਿੱਜਿਆਂ ਨੂੰ ਵੇਖ ਮੈਂ ਨਮਸਕਾਰ ਕੀਤੀ, ਮੇਰੇ ਪਾਸ ਬਹਿ ਗਏ। ਇਹ ਸਾਰੀ ਵਾਰਤਾ ਭਰਥਰੀ ਜੀ ਆਪਣੀ ਰਸਨਾ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਅਸੀਸਾਂ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੀਨਾ ਹਾਥ ਭਗਤ ਮਹਿ ਪੀਨਾ, ਰੰਗਿਓ ਪਰਿਮਹਿ ਰੰਗ ਪਰ ਬੀਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਾਵਨ ਜੀਵਨ ਕਥਾ ਭਾਈ ਬਾਲਾ ਜੀ ਚੌਂਕੜਾ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸੁਣਾ ਰਹੇ ਨੇ। ਭਰਥਰੀ ਜੀ ਆਖਣ ਲੱਗੇ, ਜਦੋਂ ਮੇਰੇ ਪਾਸ ਨਾਰਦ ਮੁਨੀ ਚੱਲ ਕੇ ਆਏ, ਉਹਨਾਂ ਦੀ ਰਸਨਾ ਦੇ ਸ਼ਬਦ ਸਨ ਨਾਰਾਇਣ ਨਾਰਾਇਣ। ਮੈਂ ਨਮਸਕਾਰ ਕੀਤੀ। ਉਹਨਾਂ ਦੇ ਹੱਥ ਦੇ ਵਿੱਚ ਸਾਜ਼ ਫੜਿਆ ਹੋਇਆ ਜਿਹਨੂੰ ਕਹਿੰਦੇ ਨੇ ਬੀਣਾ।
ਬੀਣਾ ਵਜਾ ਕੇ ਉਹਨਾਂ ਨੇ ਪਰਮਾਤਮਾ ਦੀ ਉਸਤਤ ਪਰਮੇਸ਼ਰ ਦੀ ਆਰਾਧਨਾ ਕੀਤੀ ਤੇ ਮੈਂ ਸਰਵਣ ਕਰਕੇ ਬੜਾ ਆਨੰਦ ਮਾਣਿਆ। ਉਹ ਸਾਡੀ ਪਹਿਲੀ ਮੁਲਾਕਾਤ ਜੀਵਨ ਦੀ ਮਹਾਨ ਹੋ ਨਿਬੜੀ। ਉਸ ਮੁਲਾਕਾਤ ਦੇ ਵਿੱਚ ਭੋਜਨ ਪਾਣੀ ਅੰਨ ਪਦਾਰਥ ਦਾ ਜ਼ਿਕਰ ਨਹੀਂ, ਪਰਮੇਸ਼ਰ ਦੇ ਗੁਣ ਗਾਏ ਗਏ, ਰੱਬ ਦੀ ਸੰਗਤ ਕੀਤੀ ਹੈ। ਮੈਂ ਬਿਲੋਕ ਕਰ ਬੰਧਨ ਕੀਨੀ, ਹਵੇ ਕਿਰਪਾਲ ਤਿਨ ਆਸਿਖ ਦੀਨੀ। ਉਹਨਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਮੈਂ ਚਰਨਾਂ ਤੇ ਚਰਨ ਬੰਦਨਾ ਕਰਤੀ। ਭਰਤਰੀ ਕਹਿ ਰਹੇ ਆ, ਜਦੋਂ ਨਾਰਦ ਮੁਨੀ ਜੀ ਦੇ ਚਰਨਾਂ ਤੇ ਮੈਂ ਮੱਥਾ ਟੇਕਿਆ ਉਹ ਬੜੇ ਪ੍ਰਸੰਨ ਹੋਏ। ਕਹਿੰਦੇ ਰੱਬ ਦੇ ਪਿਆਰਿਆ ਮੰਗ ਲਾ ਕੁਝ, ਪ੍ਰਸੰਨ ਹਾਂ ਤੇਰੇ ਤੇ, ਖੁਸ਼ ਹਾਂ। ਪਰ ਮੈਂ ਸੋਚਿਆ ਮੈਂ ਮੰਗਾ ਕਿ ਮੈਂ ਤੇ ਦੁਨੀਆ ਦਾ ਰਾਜ ਭਾਗ ਛੱਡ ਕੇ ਆਇਆ, ਮੇਰੀ ਤੇ ਚਾਹਤ ਨਹੀਂ ਨਾ ਪਦਾਰਥ। ਉਹ ਮੇਰੇ ਤੇ ਬੜੇ ਪ੍ਰਸੰਨ ਹੋਏ, ਕਹਿੰਦੇ ਅੱਜ ਜੋ ਮੰਗ ਲਏਗਾ ਤੈਨੂੰ ਦੇ ਦੇਵਾਂਗੇ, ਕਿਉਂਕਿ ਨਾਰਦ ਮੁਨੀ ਵਰਗਾ ਸਾਧੂ ਇਸ ਦੁਨੀਆ ਤੇ ਕੋਈ ਨਹੀਂ, ਜਿਹਦੀ 11 ਪ੍ਰਕਾਰ ਦੀ ਭਗਤੀ ਹੈ, ਜੋ ਸੱਚਖੰਡ ਤੋਂ ਲੈ ਕੇ ਸਵਰਗ ਧਾਮ ਤੱਕ ਹਰ ਥਾਂ ਤੇ ਵਿਚਰਦਾ। ਐਡੀ ਵੱਡੀ ਤਪੱਸਿਆ ਏ। 33 ਕਰੋੜ ਦੇਵੀ ਦੇਵਤਿਆਂ ਦੇ ਵਿੱਚੋਂ ਸਭ ਤੋਂ ਵੱਧ ਬੰਦਗੀ ਜੇ ਰੱਬ ਦੇ ਨੇੜੇ ਆ ਤੇ ਉਹ ਕੋਈ ਨਾਰਦ ਮੁਨੀ ਹੈ। ਪਰ ਸਮਾਜ ਨੇ ਉਹਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ। ਨਾਰਦ ਮੁਨੀ ਖੁਸ਼ ਹੋ ਕੇ ਆਖਣ ਲੱਗੇ ਮੰਗ ਲਓ ਕੋਈ ਮਨੋਰਥ। ਕਹਿੰਦੇ ਜੱਗ ਦੇ ਪਦਾਰਥ ਮੈਨੂੰ ਚੰਗੇ ਨਹੀਂ ਸੀ ਲੱਗਦੇ, ਮੈਂ ਤੇ ਦੁਨੀਆ ਦੇ ਪਦਾਰਥ ਛੱਡ ਕੇ ਭਗਤੀ ਵਿੱਚ ਬੈਠਾ ਸੀ। ਮੇਰੇ ਮਨ ਵਿੱਚ ਖਿਆਲ ਆਇਆ ਮੈਂ ਰੱਬ ਦਾ ਹੀ ਰਸਤਾ ਪੁੱਛ ਲਾਂ। ਜ਼ਿੰਦਗੀ ਦਾ ਮਕਸਦ ਸਿਰਫ ਪਰਮੇਸ਼ਰ ਨੂੰ ਮਿਲਣਾ ਏ। ਮੈਂ ਕਰਕੇ ਬਹੁ ਬਿਨਾ ਵਿਡਾਈ, ਕਛ ਪੂਛਨ ਹਿਤ ਗਿਰਾ ਆਲਾਈ। ਮੈਂ ਉਹਨਾਂ ਮਹਾਂਪੁਰਖਾਂ ਦੀ ਵਡਿਆਈ ਕਰਕੇ ਸਿਫਤ ਕਰਕੇ ਉਹ ਤੋਂ ਬਾਅਦ ਕੁਝ ਪੁੱਛਣਾ ਚਾਹਿਆ। ਮੈਂ ਕਿਹਾ ਜੀ ਮੇਰੇ ਕੁਝ ਸਵਾਲ ਨੇ, ਮੇਰੇ ਕੁਝ ਸ਼ੰਕੇ ਨੇ, ਕਿਰਪਾ ਕਰਕੇ ਨਿਵਰਤ ਕਰ ਦਿਓ, ਕਿਉਂਕਿ ਸ਼ੰਕਾ ਉਹ ਨਿਵਰਤ ਕਰ ਸਕਦਾ ਜੋ ਅੰਦਰੋਂ ਜੁੜਿਆ ਹੋਵੇ, ਜੋ ਆਪ ਸਹਿਜ ਵਿੱਚ ਹੋਵੇ, ਸੱਚ ਦਾ ਅਰਾਧੀ ਹੋਵੇ। ਨਾਰਦ ਮੁਨੀ ਮੇਰੇ ਵਚਨਾਂ ਨੂੰ ਸੁਣ ਕੇ ਬੜੇ ਖੁਸ਼ ਹੋਏ। ਉਹਨਾਂ ਪਰਖ ਕੇ ਵੇਖਿਆ ਵੀ ਇਹਨੂੰ ਜੱਗ ਦੇ ਪਦਾਰਥਾਂ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਵਰ ਜੀ ਦਾ ਭੇਜਿਆ ਨਾਰਦ ਮੁਨੀ ਚੱਲ ਕੇ ਹਰ ਸਾਧੂ ਕੋਲ ਆਉਂਦਾ ਪਰਖਣ ਵਾਸਤੇ। ਪਰ ਮੇਰੇ ਸਵਾਲਾਂ ਨੂੰ ਸੁਣ ਕੇ ਨਾਰਦ ਮੁਨੀ ਬੜੇ ਪ੍ਰਸੰਨ ਹੋਏ। ਕਹਿੰਦੇ ਭਾਈ ਤੇਰੇ ਸਵਾਲਾਂ ਦੇ ਜਵਾਬ ਮੈਂ ਨਹੀਂ ਦੇ ਸਕਦਾ। ਮੈਂ ਬੜਾ ਹੈਰਾਨ ਹੋਇਆ ਵੀ ਏਡੀ ਤਪੱਸਿਆ ਕਰਨੀ ਕਮਾਈ ਦੇ ਮਾਲਕ, ਜਿਨ੍ਹਾਂ ਨੂੰ ਇਹ ਵੀ ਪਤਾ ਮੈਂ ਜੰਗਲ ਵਿੱਚ ਬੈਠਾ ਤਪ ਕਰਦਾ, ਬੰਦਗੀ ਕਰਦਾ, ਚੱਲ ਕੇ ਮੇਰੇ ਕੋਲ ਆਪ ਆਏ ਨੇ, ਪਰ ਬੜੇ ਸਹਿਜ ਵਿੱਚ ਮੁਸਕਰਾ ਕੇ ਆਖਣ ਲੱਗੇ ਤੇਰੇ ਸਵਾਲ ਬੜੇ ਗਹਿਰੇ ਨੇ, ਇਹਨਾਂ ਦਾ ਜਵਾਬ ਸ਼ਾਇਦ ਮੈਂ ਦਰੁਸਤੀ ਨਾਲ ਦੇ ਨਹੀਂ ਸਕਦਾ। ਸੁਣਤ ਦੇਵ ਰਿਖ ਮੁਝ ਸੋ ਭਾਖਾ, ਜੋ ਕਿਛ ਤੁਮ ਹੈ ਪੁੱਛਨ ਅਬ ਲੱਖ। ਦੇਵ ਰਿਸ਼ੀ ਹੱਸ ਕੇ ਆਖਣ ਲੱਗੇ, ਕਹਿੰਦੇ ਤੇਰੇ ਦਿਲ ਦੀ ਭਾਵਨਾ ਮੈਂ ਬੁੱਝ ਗਿਆ, ਜਾਣ ਗਿਆ ਹਾਂ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ। ਨਾਰਦ ਮੁਨੀ ਅੰਤਰਜਾਮੀ ਨੇ, ਉਹਨਾਂ ਯੋਗੀ ਭਰਤਰੀ ਦਾ ਅੰਦਰ ਪੜ ਲਿਆ ਵੀ ਇਹ ਬੰਦਾ ਗੱਲੀ ਬਾਤੀ ਰੱਬ ਦੀਆਂ ਗੱਲਾਂ ਵਿੱਚ ਨਹੀਂ ਹੈ, ਇਹ ਤੇ ਉਹ ਰਾਹ ਤੇ ਚੱਲਿਆ ਹੋਇਆ, ਜਿਹਨੇ ਆਪਣਾ ਰਾਜ ਭਾਗ ਰਾਣੀਆਂ ਪਦਾਰਥ ਜ਼ਿੰਦਗੀ ਦੀ ਐਸ਼ੋ ਇਸ਼ਰਤ ਛੱਡ ਕੇ ਇੱਕ ਕੁਟੀਆ 'ਚ ਬੈਠਾ, ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ ਨੇ, ਗਲ ਵਿੱਚ ਮਾਲਾ ਪਾਈ ਹੋਈ ਹੈ, ਗੋਰਖ ਦਾ ਚੇਲਾ ਬਣ ਗਿਆ ਹੈ। ਕਿੱਡਾ ਵੱਡਾ ਤਿਆਗ ਅੰਦਰ ਹੋਏਗਾ, ਕਿੰਨਾ ਵੈਰਾਗ ਹੋਏਗਾ। ਨਾਰਦ ਮੁਨੀ ਜੀ ਨੇ ਜਾਣਿਆ ਜੱਗ ਦੇ ਪਦਾਰਥਾਂ ਤੋਂ ਅਵਸਥਾ ਉੱਚੀ ਉੱਠ ਗਈ, ਇਹ ਰੱਬ ਨੂੰ ਮਿਲਣਾ ਚਾਹੁੰਦਾ ਏ। ਸਰਬ ਬਤਾਵਹਿ ਸ੍ਰੀ ਜਗ ਸਾਈ, ਛਿਤ ਅਵਤਾਰ ਲੀਨੇ ਅਬ ਜਾਈ। ਦੋਨੇ ਹੱਥ ਜੋੜ ਕੇ ਨਾਰਦ ਮੁਨੀ ਜੀ ਆਖਣ ਲੱਗੇ, ਕਹਿੰਦੇ ਇਹ ਸਵਾਲਾਂ ਦੇ ਜਵਾਬ ਰੱਬ ਹੀ ਦੇ ਸਕਦਾ ਹੈ, ਕਿਉਂਕਿ ਰੱਬ ਦੀਆਂ ਗੱਲਾਂ ਨੂੰ ਰੱਬ ਹੀ ਜਾਣਦਾ ਹੈ, ਅਸੀਂ ਨਹੀਂ ਜਾਣਦੇ। ਇਹ ਨਿਮਰਤਾ ਸੀ ਉਹਨਾਂ ਦੀ।
ਭਰਥਰੀ ਕਹਿੰਦੇ ਮੈਂ ਫੇਰ ਸਵਾਲ ਕੀਤਾ, ਮਹਾਂਪੁਰਖੋ ਰੱਬ ਮਿਲੇਗਾ ਕਿੱਥੇ? ਜਦੋਂ ਸਵਾਲਾਂ ਦੇ ਜਵਾਬ ਰੱਬ ਜੀ ਨੇ ਆਪ ਦੇਣੇ ਨੇ, ਉਹਨਾਂ ਦੇ ਪ੍ਰਤੀ ਸਵਾਲ ਨੇ, ਮੈਨੂੰ ਕਿੱਥੇ ਮਿਲਣਗੇ? ਕਹਿੰਦੇ ਮੈਂ ਬੜੀ ਅਚਰਜਤਾ ਦੇ ਨਾਲ ਸਵਾਲ ਕੀਤਾ ਕਿਉਂਕਿ ਅਜੇ ਤੱਕ ਮੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ। ਮੈਨੂੰ ਚਾਅ ਸੀ ਪ੍ਰਭੂ ਜੀ ਨੂੰ ਮਿਲਣ ਦਾ। ਆਖਿਰਕਾਰ ਨਾਰਦ ਮੁਨੀ ਨੇ ਮੇਰੇ ਸਿਰ ਤੇ ਹੱਥ ਰੱਖਿਆ, ਖੁਸ਼ ਹੋ ਕੇ ਆਖਣ ਲੱਗੇ, ਕਹਿੰਦੇ ਉਹ ਰੱਬ ਦੇ ਪਿਆਰਿਆ, ਤੇਰੀ ਤਪੱਸਿਆ ਸਫਲ ਹੀ ਹੋ ਗਈ। ਰੱਬ ਇਸ ਧਰਤੀ ਤੇ ਪਰਮੇਸ਼ਵਰ ਜੀ ਆਪ ਆ ਰਹੇ ਨੇ। ਕਹਿੰਦੇ ਜਦੋਂ ਮੈਂ ਸ਼ਬਦ ਸੁਣੇ ਨਾ ਵੀ ਰੱਬ ਜੀ ਆਪ ਆ ਰਹੇ ਨੇ ਧਰਤੀ ਤੇ, ਮੇਰੀ ਖੁਸ਼ੀ ਦਾ ਠਿਕਾਣਾ ਕੋਈ ਨਹੀਂ ਸੀ। ਮੈਂ ਬੜੀ ਭਾਵਨਾ ਦੇ ਨਾਲ ਉਹਨਾਂ ਦੇ ਬਚਨਾਂ ਨੂੰ ਸੁਣਦਾ। ਜੰਗਲ ਵਿੱਚ ਬੈਠੇ ਆ ਨਾਰਦ ਮੁਨੀ, ਕਹਿੰਦੇ ਉਹ ਪਰਮਾਤਮਾ ਜੀ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਆਉਣਗੇ। ਸ੍ਰਿਸ਼ਟੀ ਨੂੰ ਸਾਜਣ ਵਾਲੇ ਦਾ ਨਾਮ ਨਾਨਕ ਹੋਏਗਾ। ਇਸ ਸਮੁੱਚੀ ਧਰਤੀ ਤੇ ਵਿਚਰਨਗੇ। ਸ੍ਰੀ ਨਾਨਕ ਨਿਜ ਨਾਮ ਧਰਾਵਹਿ, ਭਗਤ ਜਗਤ ਮਿਹਿ ਮਗ ਪ੍ਰਗਟਾਵਹਿ। ਭਗਤੀ ਦਾ ਮਾਰਗ ਚਲਾਉਣਗੇ, ਪਖੰਡ ਨੂੰ ਖਤਮ ਕਰਨਗੇ, ਜਗਤ ਵਿੱਚ ਪ੍ਰਸਿੱਧ ਹੋਣਗੇ। ਉਹ ਪਰਮੇਸ਼ਵਰ ਜੀ ਆਪ ਹੋਣਗੇ, ਪਰ ਆਪਾ ਨਹੀਂ ਜਣਾਉਣਗੇ। ਜਦੋਂ ਮੈਂ ਰੱਬ ਦੇ ਆਉਣ ਦੀ ਗੱਲ ਸੁਣੀ, ਕਹਿੰਦੇ ਮੇਰੀ ਖੁਸ਼ੀ ਦਾ ਠਿਕਾਣਾ ਕੋਈ ਨਹੀਂ ਸੀ। ਖੁਸ਼ੀ ਇੱਕ ਆਸ ਤੇ ਹੈ ਨਾ, ਜਿਸ ਪਰਮੇਸ਼ਰ ਨੂੰ ਜਪਿਆ ਉਹ ਸੱਚਮੁੱਚ ਇਸੇ ਥਾਂ ਤੇ ਆਉਣਗੇ। ਮੈਂ ਭਾਵੁਕ ਹੋ ਕੇ ਪੁੱਛਣ ਲੱਗਿਆ, ਮੈਨੂੰ ਕਦੋਂ ਮਿਲਣਗੇ? ਕਿੱਥੇ ਜਾਣਾ ਪਏਗਾ ਉਸ ਪ੍ਰਭੂ ਜੀ ਨੂੰ ਮਿਲਣ ਵਾਸਤੇ? ਮੈਨੂੰ ਜਗ੍ਹਾ ਦੱਸ ਦਿਓ, ਥਾਂ ਦੱਸ ਦਿਓ ਜਿੱਥੇ ਮਨੁੱਖਾ ਸਰੀਰ ਦੇ ਵਿੱਚ ਪਰਮੇਸ਼ਰ ਆਪ ਆਉਣਗੇ। ਭਰਥਰੀ ਕਹਿੰਦੇ ਮੈਂ ਇਹ ਵੀ ਕਹਿ ਦਿੱਤਾ, ਮੈਨੂੰ ਥਾਂ ਜ਼ਰੂਰ ਦੱਸਿਓ ਜੀ। ਨਾਰਦ ਮੁਨੀ ਜੀ ਨੇ ਵੇਖਿਆ ਵੀ ਅੰਦਰ ਤੇ ਪਿਆਰ ਗਚਾ ਗਚ ਭਰਿਆ ਹੈ, ਇਹਨਾਂ ਅੰਦਰ ਵਿਕਾਰ ਹੀ ਕੋਈ ਨਹੀਂ। ਅੰਦਰ ਖਿੱਚ ਪਈ ਰੱਬ ਨੂੰ ਮਿਲਣ ਦੀ। ਖੁਸ਼ ਹੋ ਕੇ ਆਖਣ ਲੱਗੇ, ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ। ਉਹ ਰੱਬ ਕਾਹਦਾ ਜਿਹਨੂੰ ਮਿਲਣ ਜਾਣਾ ਪਵੇ? ਉਹ ਸਾਧੂ ਕਾਹਦਾ ਜਿਹਨੂੰ ਮਿਲਣ ਵਾਸਤੇ ਦਰਵਾਜ਼ੇ ਤੇ ਲਾਈਨ ਲਾ ਕੇ ਖੜਨਾ ਪਵੇ? ਸਾਧੂ ਨਹੀਂ ਹੋ ਸਕਦਾ, ਰੱਬ ਨਹੀਂ ਹੋ ਸਕਦਾ। ਨਾਰਦ ਮੁਨੀ ਜੀ ਨੇ ਸਪਸ਼ਟ ਆਖਿਆ, ਕਹਿੰਦੇ ਰੱਬ ਨੂੰ ਮਿਲਣ ਵਾਸਤੇ ਕਿਤੇ ਲਾਈਨਾਂ 'ਚ ਨਹੀਂ ਆਉਣਾ ਪੈਂਦਾ, ਕਤਾਰਾਂ 'ਚ ਨਹੀਂ ਆਉਣਾ ਪੈਂਦਾ। ਉਹਦੀ ਪ੍ਰਾਪਤੀ ਵਾਸਤੇ ਕੋਈ ਕਿਰਿਆ ਕਰਮ ਨਹੀਂ ਕਰਨਾ ਪੈਂਦਾ। ਖੰਡ ਪਖੰਡ ਬ੍ਰਹਮੰਡ ਮਯਰਾ, ਉਪਦੇਸ਼ੈ ਸਤਨਾਮ ਸੁਖਾਰਾ। ਜਿਹਨੇ ਬ੍ਰਹਮੰਡ ਸਾਜਿਆ ਉਹ ਇਸੇ ਬ੍ਰਹਮੰਡ ਵਿੱਚ ਵਿਚਰੇਗਾ ਵੀ। ਕੀ ਰੱਬ ਦੁਨੀਆ ਬਣਾ ਕੇ ਦੁਨੀਆ ਤੋਂ ਗਾਇਬ ਹੋ ਗਿਆ? ਨਹੀਂ। ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਹੀ ਉਹ ਪਰਮਾਤਮਾ ਪਰਮੇਸ਼ਵਰ ਇਸ ਸ੍ਰਿਸ਼ਟੀ ਦੇ ਵਿੱਚ ਵਿਚਰਦਾ ਹੈ, ਕਿਤੇ ਕੁਦਰਤ ਦੇ ਰੂਪ ਵਿੱਚ ਹੋ ਕੇ, ਕਿਤੇ ਕਾਦਰ ਦੇ ਰੂਪ ਵਿੱਚ ਹੋ ਕੇ। ਉਹ ਅਲੱਗ ਗੱਲ ਹੈ। ਮਨੁੱਖ ਦੀ ਮੱਤ ਤੇ ਪਰਮਾਤਮਾ ਨੇ ਮਾਇਆ ਦਾ ਪਰਦਾ ਚਾੜਤਾ ਭਰਮ ਦਾ। ਰੱਬ ਦੇ ਨੇੜੇ ਰਹਿ ਕੇ ਵੀ ਸਾਨੂੰ ਰੱਬ ਜੀ ਦਿਸਦੇ ਨਹੀਂ, ਸਾਥੋਂ ਦੂਰ ਥੋੜੀ ਹੈ। ਜਦੋਂ ਨਾਰਦ ਮੁਨੀ ਨੇ ਆਖ ਦਿੱਤਾ ਵੀ ਬ੍ਰਹਮੰਡਾਂ ਦੇ ਮਾਲਕ ਆਉਣਗੇ ਇਸ ਖੰਡ ਵਿੱਚ ਪਖੰਡ ਕੱਟਣ, ਧਰਤੀ ਤੇ ਵਿਚਰਨਗੇ, ਦੇਸ਼ਾਂ ਵਿਦੇਸ਼ਾਂ ਵਿੱਚ ਆਉਣਗੇ, ਉਹਨਾਂ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ। ਰੱਬ ਨੂੰ ਲੱਭਣ ਦੀ ਕੀ ਲੋੜ ਹੈ ਜੀ? ਉਹ ਤੇ ਜਿੱਥੇ ਵੇਖੋ ਉੱਥੇ ਦਿਸਦਾ ਏ, ਜਿੱਥੇ ਤੱਕੋ ਉੱਥੇ ਨਜ਼ਰ ਆਏਗਾ, ਜਿੱਥੇ ਖਿਆਲ ਕਰੋ ਉਸੇ ਥਾਂ ਤੇ ਮਿਲ ਜਾਏਗਾ। ਉਹ ਕਦੇ ਕਿਸੇ ਤੋਂ ਦੂਰ ਨਹੀਂ ਹੁੰਦਾ। ਅਵਿਨੀ ਸਰਬ ਗਵਨ ਕਰਨਾਥਾ, ਵੈ ਚਰਚਾ ਬੋ ਸਿਦਨ ਸਾਜਾ। ਨਾਰਦ ਮੁਨੀ ਆਖਣ ਲੱਗੇ, ਕਹਿੰਦੇ ਉਹ ਰੱਬ ਜੀ ਆਪ ਤੈਨੂੰ ਮਿਲਣ ਵਾਸਤੇ ਆਉਣਗੇ। ਤੇ ਕਹਿੰਦੇ ਇਹ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਜਦੋਂ ਇਹ ਪਤਾ ਹੋਵੇ ਜਿਹਨੂੰ ਸਾਰੀ ਜ਼ਿੰਦਗੀ ਜਪਦਿਆਂ, ਚੇਤੇ ਕਰਦਿਆਂ, ਆਵਾਜ਼ਾਂ ਮਾਰਦਿਆਂ ਸਮਾਂ ਲੰਘ ਗਿਆ, ਉਹ ਆਪ ਆਉਣਗੇ ਮਿਲਣ। ਮੈਂ ਕਿਹਾ ਮਹਾਂਪੁਰਖੋ ਕਿਹੜੀ ਥਾਂ ਤੇ ਆਉਣਗੇ, ਜੰਗਲ ਵਿੱਚ ਜਾਂ ਕੁਟੀਆ ਵਿੱਚ? ਕਹਿੰਦੇ ਜਿੱਥੇ ਤੂੰ ਬੈਠੇਂਗਾ ਤੈਨੂੰ ਉਹਨੇ ਆਪ ਹੀ ਲੱਭ ਲੈਣਾ। ਆਖੋ ਸਤਨਾਮ। ਇਹ ਪ੍ਰਮਾਤਮਾ ਦਾ ਗੁਣ ਹੈ। ਤੁਸੀਂ ਕਿਤੇ ਵੀ ਬਹਿ ਕੇ ਉਹਦੀ ਭਗਤੀ ਕਰ ਲਓ, ਤੋਂ ਅੱਖ ਪਰੋਖੇ ਥੋੜੀ ਹੋ, ਉਹ ਤੋਂ ਦੂਰ ਥੋੜੀ ਹੋ। ਕਹਿੰਦੇ ਤੇਰੇ ਤੋਂ ਆਉਣ ਤੋਂ ਪਹਿਲਾਂ ਤੇ ਤੇਰੇ ਕੋਲ ਮਿਲਣ ਤੋਂ ਬਾਅਦ ਉਹ ਸਿੱਧਾਂ ਦੀਆਂ ਮੰਡਲੀਆਂ 'ਚ ਜਾਣਗੇ, ਚਰਚਾ ਕਰਕੇ ਆਉਣਗੇ। ਤੂੰ ਵੀ ਉਸ ਮੰਡਲੀ ਦਾ ਹਿੱਸਾ ਹੋਏਗਾ
ਪਰ ਯਾਦ ਰੱਖੀ ਜਦ ਉਹ ਰੱਬ ਦੀ ਸਿੱਧਾਂ ਵਿੱਚ ਆ ਕੇ ਬੈਠਣਗੇ ਤੂੰ ਕਦੇ ਤਰਕ ਨਹੀਂ ਕਰਨੀ। ਆਖੋ ਸਤਨਾਮ। ਕਹਿੰਦਾ ਜੀ ਸਤ ਬੱਚਾ। ਆਉਣ ਵਾਲੀ ਕਥਾ ਭਾਵੇਂ ਉਹ ਅਚਲ ਸਾਹਿਬ ਬਟਾਲੇ ਦੀ ਹੋਵੇ ਜਾਂ ਸੁਮੇਰ ਪਰਬਤ ਦੀ ਹੋਵੇ ਜਾਂ ਹੋਰ ਉੱਤਰ ਪ੍ਰਦੇਸ਼ ਦੀ ਹੋਵੇ, ਜਦ ਜਦ ਸਿੱਧ ਮਿਲੇ ਨੇ ਭਰਤਰੀ ਜੀ ਨੇ ਕਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਟੱਕਰ ਨਹੀਂ ਲਈ। ਇਹ ਧਿਆਨ 'ਚ ਰੱਖਿਓ। ਨਾਰਦ ਮੁਨੀ ਕਹਿੰਦੇ ਤੂੰ ਉਸ ਰੱਬ ਦਾ ਸੇਵਕ ਬਣ ਕੇ ਜਿਉਣਾ ਹੈ। ਤੇਰੀ ਇਹ ਭਾਵਨਾ, ਤੇਰੀ ਇਹ ਭਗਤੀ ਉਹਨਾਂ ਦੇ ਦਰ ਤੇ ਸਵੀਕਾਰ ਹੈ, ਤੈਨੂੰ ਲੱਭਦੇ ਆਪ ਹੀ ਆ ਜਾਣਗੇ। ਇਹ ਤੇ ਬਣੀ ਨਾ ਗੱਲ। ਜਿਹਨੂੰ ਤੁਸੀਂ ਯਾਦ ਕਰਦੇ ਹੋ, ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਜੇ ਤੁਹਾਨੂੰ ਉਹ ਮਿਲਣਾ ਚਾਹੁੰਦਾ ਹੋਵੇ, ਕਿੱਡੀ ਖੁਸ਼ੀ ਹੈ। ਇੱਥੇ ਦੁਨੀਆ ਰੱਬ ਨੂੰ ਚੇਤੇ ਕਰਦੀ, ਰੱਬ ਕਿਸੇ ਨੂੰ ਚੇਤੇ ਹੀ ਨਹੀਂ ਕਰਦਾ। ਉਹ 'ਚ ਰੱਬ ਦਾ ਕਸੂਰ ਨਹੀਂ ਹੈ। ਕਿਤੇ ਨਾ ਕਿਤੇ ਬੰਦਾ ਹੀ ਰੱਬ ਤੋਂ ਬਹੁਤ ਦੂਰ ਚਲਿਆ ਗਿਆ। ਕਹਿੰਦੇ ਮੈਂ ਭਾਵੁਕ ਸੀ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸਨ, ਉਸ ਸਮੇਂ ਦੀ ਉਡੀਕ ਮੈਂ ਬੇਸਬਰੀ ਨਾਲ ਕਰਨ ਲੱਗਿਆ ਹਾਂ। ਪ੍ਰਥਮ ਮਿਲਹਿੰਗੇ ਤੋਜੇਤ ਥਾਈ, ਬੈਸੋ ਪ੍ਰੇਮ ਹਿਰਦੇ ਲਿਵ ਲਾਈ। ਨਾਰਦ ਮੁਨੀ ਬੜੇ ਪਿਆਰ ਵਿੱਚ ਆ ਕੇ ਆਖਣ ਲੱਗੇ ਸੱਜਣਾ ਤੂੰ ਇੱਥੇ ਹੀ ਬੈਠਾ ਰਹੀ, ਕਿਤੇ ਜਾਈ ਨਾ ਇਸ ਆਸ਼ਰਮ ਨੂੰ ਛੱਡ ਕੇ। ਉਹ ਵਾਹਿਗੁਰੂ ਪਰਮਾਤਮਾ ਗੁਰੂ ਨਾਨਕ ਸਾਹਿਬ ਮਹਾਰਾਜ ਤੈਨੂੰ ਸਾਰਿਆਂ ਤੋਂ ਪਹਿਲਾਂ ਮਿਲਣ ਆਉਣਗੇ। ਭਾਵ ਸਿੱਧਾਂ ਨੂੰ ਬਾਅਦ ਵਿੱਚੋਂ ਮਿਲਣਗੇ, ਪਹਿਲਾਂ ਤੈਨੂੰ ਮਿਲਣਗੇ। ਸਿੱਧ ਆਮ ਥੋੜੀ ਨੇ। ਜੇ ਉਹਨਾਂ ਨੇ ਲੱਖਾਂ ਸਾਲਾਂ ਤੋਂ ਕੋਈ ਤਪ ਕੀਤਾ, ਬੰਦਗੀ ਕੀਤੀ, ਤਾਂ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਹੈ। ਕਿਉਂਕਿ ਜਦੋਂ ਅਸੀਂ ਨਿੰਦਣ ਬੈਠ ਜਾਂਦੇ ਆ ਨਾ ਕਿਸੇ ਨੂੰ, ਅਸੀਂ ਕਿਸੇ ਨੂੰ ਨਹੀਂ ਬਖਸ਼ਦੇ। ਜਦੋਂ ਬੰਦਾ ਆਪਣੀ ਮੱਤ ਦਾ ਘੋਟਾ ਲਾਉਂਦਾ ਹੈ, ਕੋਈ ਸਾਧੂ ਹੋਵੇ, ਮਹਾਤਮਾ ਹੋਵੇ, ਗੁਰੂ ਹੋਵੇ, ਪੀਰ ਹੋਵੇ, ਈਵਨ ਕਿ ਰੱਬ ਨੂੰ ਵੀ ਲੋਕ ਨਹੀਂ ਬਖਸ਼ਦੇ। ਅੱਜ ਸਮਾਜ ਸਾਡੀ ਸਿੱਖੀ ਵੀ ਉਸੇ ਰਾਹ ਤੇ ਤੁਰੀ ਜਾ ਰਹੀ ਹੈ। ਕੁਝ ਪ੍ਰਚਾਰਕ ਸਾਡੇ ਇਦਾਂ ਦੇ ਹੋ ਗਏ, ਰੱਬ ਨੂੰ ਮੰਨਣ ਤੋਂ ਇਨਕਾਰੀ ਹੋ ਗਏ। ਉਹ ਧੁਰਕੀ ਬਾਣੀ ਦੇ ਅਰਥ ਵੀ ਆਪਣੇ ਕੋਲ ਘੁਮਾ ਫਰਾ ਕੇ ਕਰਦੇ। ਜਿੱਥੇ ਨਾਮ ਦਾ ਜ਼ਿਕਰ ਆ ਜੀ ਉਹ ਆਪ ਤੇ ਜਪਦੇ ਨਹੀਂ, ਕਹਿੰਦੇ ਨਿਯਮ ਹੁੰਦਾ ਹੈ। ਨਾਮ ਨਿਯਮ ਨਹੀਂ, ਨਾਮ ਜਪਿਆ ਜਾਂਦਾ, ਨਿਯਮ ਜਪਿਆ ਨਹੀਂ ਜਾਂਦਾ। ਨਿਯਮ ਬਣਾਏ ਜਾ ਸਕਦੇ ਆ, ਨਿਯਮ ਤੋੜੇ ਜਾ ਸਕਦੇ ਆ। ਬੜੀ ਵਾਰ ਹੁੰਦਾ ਹੈ ਰੱਬ ਦੇ ਨਿਯਮਾਂ ਨੂੰ ਰੱਬ ਦੇ ਪਿਆਰਿਆਂ ਨੇ ਬੜੀ ਵਾਰ ਤੋੜਿਆ। ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਭਗਤ ਜਨ ਉਹਦੇ ਪਿਆਰ ਦੇ ਵਸ ਵਿੱਚ ਨੇ ਤੇ ਰੱਬ ਉਹਨਾਂ ਦੇ ਵਸ ਵਿੱਚ। ਉਹ ਚਾਹੁਣ ਰੱਬ ਦਾ ਹੁਕਮ ਤੋੜ ਸਕਦੇ ਆ, ਪ੍ਰਤੱਗਿਆ ਤੋੜ ਸਕਦੇ ਉਹਦੀ, ਪਰ ਉਹ ਭਗਤਾਂ ਦੀ ਨਹੀਂ ਮੋੜ ਸਕਦਾ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜਦੋਂ ਨਾਰਦ ਮੁਨੀ ਜੀ ਨੇ ਦੱਸ ਦਿੱਤਾ, ਵੇਖੋ ਉਹ ਮਹਾਂਪੁਰਖ ਕਿੰਨਾ ਕੁਝ ਜਾਣਦੇ ਆ। ਰੱਬ ਦੇ ਆਉਣ ਦਾ ਉਹਨਾਂ ਨੂੰ ਪਤਾ ਹੈ, ਤੇ ਰੱਬ ਇੱਥੇ ਆ ਕੇ ਮਿਲਣਗੇ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਵੀ ਦੱਸ ਰਹੇ ਆ। ਭਰਤਰੀ ਕਹਿੰਦਾ ਇੰਨੀ ਖੁਸ਼ੀ ਮੈਨੂੰ ਹੋਈ, ਮੈਂ ਲੰਮਿਆਂ ਪੈ ਕੇ ਨਾਰਦ ਮੁਨੀ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਤਾ। ਉਹ ਸੱਜਣ ਪਿਆਰਿਆ, ਤੇ ਇੱਥੋਂ ਵੱਡਾ ਪਿਆਰਾ ਕੌਣ ਹੋਊ? ਬਾਣੀ ਕੀ ਲਿਖਦੀ ਹੈ? ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੂੰ ਬਕੋ ਸੋ ਬਰਸਨਾ, ਦੀਜੈ ਪ੍ਰਾਨ ਅਕੋਰ। ਅਕੋਰ ਨਾਮ ਭੇਟਾ ਦਾ। ਕਹਿੰਦੇ ਮੈਨੂੰ ਕੋਈ ਰੱਬ ਦੀ ਗੱਲ ਸੁਣਾਵੇ, ਮੈਨੂੰ ਕੋਈ ਰੱਬ ਦੇ ਨੇੜੇ ਲੈ ਕੇ ਜਾਵੇ, ਕੋਈ ਮੈਨੂੰ ਰੱਬ ਦਾ ਰਾਹ ਦੱਸੇ। ਸਤਿਗੁਰ ਕਹਿੰਦੇ ਉਹ ਜੋੜਨ ਵਾਲੇ ਤੋਂ ਮੈਂ ਆਪਾ ਕੁਰਬਾਨ ਕਰਦੇ ਹਾਂ। ਚਰਨ ਫੜਾਂ ਰਸਨਾ ਤੋਂ ਦੇ ਪਰਥਾਏ ਮਿੱਠੇ ਬੋਲ ਬੋਲਾਂ, ਆਪਣੀ ਜ਼ਿੰਦਗੀ ਉਹਨੂੰ ਭੇਟਾ ਕਰ ਦਿਆਂ, ਕਿਉਂਕਿ ਮਿਲਾਉਣ ਵਾਲਾ ਹੈ, ਵਿਚੋਲਾ ਹੈ। ਹੁਣ ਇੱਥੇ ਨਾਰਦ ਮੁਨੀ ਉਹ ਜਨ ਹਨ, ਉਹ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਰੱਬ ਦਾ ਰਸਤਾ ਦੱਸਿਆ, ਉਹ ਵਿਚੋਲੇ ਨੇ। ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਲੰਮਿਆਂ ਪੈ ਕੇ ਨਮਸਕਾਰ ਕੀਤੀ, ਰੋਇਆ ਖੁਸ਼ੀ ਦੇ ਵਿੱਚ। ਨਾਰਦ ਮੁਨੀ ਜੀ ਮੈਨੂੰ ਦਿਲਾਸਾ ਦੇ ਕੇ ਆਖਣ ਲੱਗੇ ਹੁਣ ਸਮਾਂ ਦੂਰ ਨਹੀਂ, ਤੂੰ ਪਿਆਰ ਵਿੱਚ ਬੈਠਾ ਰਹਿ ਇੱਥੇ, ਤੇਰਾ ਤਪ ਕਬੂਲ ਹੈ, ਤੇਰੀ ਬੰਦਗੀ ਕਬੂਲ ਹੈ। ਪਰਮੇਸ਼ਵਰ ਆਪ ਆਉਣਗੇ, ਇਹਨਾਂ ਸਵਾਲਾਂ ਦੇ ਜਵਾਬ ਤੈਨੂੰ ਉਹ ਦੇਣਗੇ। पूछ ले हो जो वह निज मन में, ਸਰਬ ਬਤਾਏ ਦੇਹ ਇੱਕ ਛਿਨ ਮੈਂ। ਨਾਰਦ ਮੁਨੀ ਕਹਿੰਦੇ ਜੋ ਜੋ ਸਵਾਲ ਚਾਹੇਗਾ ਪੁੱਛ ਲਈ, ਤੈਨੂੰ ਉਸੇ ਪਲ ਰੱਬ ਜੀ ਜਵਾਬ ਦੇਣਗੇ। ਤੇਰੇ ਅੰਦਰ ਦੇ ਫੁਰਨਿਆਂ ਨੂੰ ਮਿਟਾਉਣ ਆਉਣਗੇ, ਸਵਾਲਾਂ ਦੇ ਜਵਾਬ ਦੇਣ ਆਉਣਗੇ। ਮਨ ਭਰ ਕੇ, ਚਿੱਤ ਭਰ ਕੇ ਉਹਨਾਂ ਨਾਲ ਚਰਚਾ ਕਰ ਲਈ। ਜਿਸ ਪਿਆਰੇ ਨੂੰ ਇੱਕ ਮਿਲਣ ਦੀ ਤਾਂਘ ਹੈ, ਇੱਕ ਦਰਸ਼ਨਾਂ ਲਈ ਮਨ ਲੋਚਦਾ ਹੈ,
ਕੋਈ ਉਹਦੇ ਨਾਲ ਚਰਚਾ ਕਰਨ ਦਾ, ਬਹਿਣ ਦਾ ਮੌਕਾ ਮਿਲੇ ਤੇ ਜ਼ਿੰਦਗੀ 'ਚ ਹੋਰ ਚਾਹੀਦਾ ਕੀ ਹੈ। ਭਰਤਰੀ ਜੀ ਨੇ ਆਪਣਾ ਸਾਰਾ ਜੀਵਨ ਰੱਬ ਦੀ ਬੰਦਗੀ 'ਚ ਲਾਤਾ, ਪਰਮਾਤਮਾ ਨੂੰ ਮਿਲਣ ਦੇ ਚਾਅ ਵਿੱਚ ਲਾਤਾ, ਤੇ ਜਦੋਂ ਪਤਾ ਲੱਗਿਆ ਉਹ ਸੱਚਮੁੱਚ ਮਿਲਣ ਦੀ ਆਸ ਤੇ ਵੱਜ ਗਈ ਨਾ ਵੀ ਮਿਲੂਗਾ। ਇੱਕ ਤੇ ਹੁੰਦਾ ਨਾ ਬੰਦਾ ਨਾਮ ਜਪਦਾ, ਰੱਬ ਰੱਬ ਕਰਦਾ, ਪਰ ਆਸ ਕੋਈ ਨਹੀਂ ਮਿਲਣਾ ਕਿ ਨਹੀਂ ਮਿਲਣਾ। ਜਿਵੇਂ ਭਗਤ ਕਹਿੰਦੇ ਆ, ਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ, ਕਹਿੰਦੇ ਅਜੇ ਤੱਕ ਤੇ ਬੌੜਿਆ ਨਹੀਂ, ਪਤਾ ਨਹੀਂ ਕੀ ਕੁਝ ਮੇਰੇ ਨਾਲ ਹੋਣਾ, ਕਿਹੜੇ ਕਰਮ ਮਾੜੇ ਨੇ। ਪਰ ਜਦੋਂ ਸੱਜਣ ਦੇ ਮਿਲਣ ਦਾ ਸਮਾਂ ਪਤਾ ਲੱਗ ਜੇ, ਫਿਰ ਉਹ ਸਮਾਂ ਖੁਸ਼ੀ ਵਿੱਚ ਕੱਟਿਆ ਵੀ ਨਹੀਂ ਜਾਂਦਾ, ਅੰਤਾਂ ਦਾ ਚਾਅ ਹੋ ਜਾਂਦਾ ਹੈ। ਕਹਿੰਦੇ ਮੇਰਾ ਭਗਤੀ ਵਿੱਚ ਮਨ ਹੋਰ ਲੱਗਣ ਲੱਗ ਪਿਆ। ਨਾਰਦ ਮੁਨੀ ਕਹਿੰਦੇ ਆਪਣੇ ਦਿਲ ਦੇ ਚਾਅ, ਦਿਲ ਦੀਆਂ ਸੱਧਰਾਂ, ਮਨ ਦੇ ਸਵਾਲ ਆਪਣੇ ਪਿਆਰੇ ਤਾਈਂ ਆਪ ਕਰ ਲਈ। ਤਬ ਕੀ ਮੈਂ ਰਾਵਰ ਸੁਧ ਪਾਈ, ਬੈਠ ਰਹਿਓ ਥਿਰ ਹੋਏ ਇਸ ਥਾਈ। ਗੁਰੂ ਨਾਨਕ ਸਾਹਿਬ ਜੀਆਂ ਦੇ ਸਨਮੁਖ ਰਾਜਾ ਭਰਤਰੀ ਜੋ ਅੱਜ ਯੋਗੀ ਸਾਧੂ ਦੇ ਰੂਪ ਵਿੱਚ ਬੈਠਾ ਹੈ, ਦੋਨੇ ਹੱਥ ਜੋੜ ਕੇ ਕਹਿੰਦਾ, ਰੱਬ ਜੀ ਉਸੇ ਦਿਨ ਤੋਂ ਮੈਂ ਤੁਹਾਡੇ ਆਉਣ ਦੀ ਉਡੀਕ 'ਚ ਬੈਠਾ ਸੀ। ਆਖੋ ਸਤਨਾਮ। ਅੱਜ ਉਹ ਭਾਗਾਂ ਵਾਲਾ ਦਿਨ ਆ ਗਿਆ, ਮੈਥੋਂ ਚਾਅ ਨਹੀਂ ਚੱਕਿਆ ਜਾਂਦਾ, ਮੇਰੇ ਧਰਤੀ ਤੇ ਪੈਰ ਨਹੀਂ ਲੱਗਦੇ। ਉਹਨਾਂ ਮਹਾਂਪੁਰਖਾਂ ਨੇ ਜਿਹੜਾ ਸਮਾਂ ਦੱਸਿਆ, ਜੋ ਨਿਸ਼ਾਨੀਆਂ ਦਸੀਆਂ, ਜੋ ਨਾਮ ਦੱਸਿਆ, ਉਹ ਆਪ ਜੀ ਦਾ ਨਿਕਲਿਆ। ਮੈਂ ਤੇ ਉਦੋਂ ਦਾ ਉਡੀਕਦਾ, ਕਿਉਂਕਿ ਸਤਿਗੁਰਾਂ ਨੇ ਸਵਾਲ ਕੀਤਾ ਨਾ, ਭਰਤਰੀ ਜੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ? ਆਪਾਂ ਪਹਿਲਾਂ ਮਿਲੇ ਕਿਤੇ ਨਹੀਂ, ਤੁਸੀਂ ਕਹਿੰਦੇ ਹੋ ਮੈਂ ਮਰਜ ਤੁਹਾਡੀ ਉਡੀਕ ਵਿੱਚ ਬੈਠਾ, ਮੈਂ ਤੁਹਾਡੇ ਪਿਆਰ 'ਚ ਬੈਠਾ, ਮੈਨੂੰ ਪਤਾ ਸੀ ਤੁਸੀਂ ਜ਼ਰੂਰ ਆਓਗੇ। ਕਹਿੰਦੇ ਬਾਬਾ ਜੀ ਮੈਂ ਤੇ ਤਾਂ ਬੈਠਾ, ਬੜਾ ਲੰਮਾ ਸਮਾਂ ਹੋ ਗਿਆ ਸੀ ਇੰਤਜ਼ਾਰ ਦੇ ਵਿੱਚ, ਅੱਜ ਭਾਗਾਂ ਵਾਲੀ ਘੜੀ ਮੈਨੂੰ ਆਣ ਪ੍ਰਾਪਤ ਹੋਈ ਹੈ। ਅਬ ਮੋਕੋ ਭਾਦਰਸ ਤੁਮਾਰਾ, ਭਇਓ ਸਾਚ ਜੋ ਮੁਨੀ ਉਚਾਰਾ। ਜੋ ਉਸ ਮੁਨੀ ਜਨ ਰੱਬ ਦੇ ਪਿਆਰੇ ਨਾਰਦ ਮੁਨੀ ਨੇ ਮੈਨੂੰ ਦੱਸਿਆ ਸੀ ਨਾ, ਅੱਜ ਉਹ ਬਚਨ ਸੱਚੇ ਹੋ ਗਏ। ਸਾਧੂਆਂ ਦਾ ਬਚਨ ਕਦੇ ਝੂਠਾ ਨਹੀਂ ਹੁੰਦਾ, ਪਰ ਖੈਰ ਸਾਧੂ ਹੋਵੇ। ਬਾਣੀ ਨੇ ਲਿਖਿਆ ਨਾ, ਇੱਕ ਸਾਧ ਬਚਨ ਅਟਲਾਦਾ। ਸਾਧ ਲੱਭਣਾ ਬੜਾ ਔਖਾ ਹੈ। ਅੱਜ ਕੱਲ੍ਹ ਦੇ ਸਾਧ 100 ਜ਼ਬਾਨਾਂ ਬਦਲਦੇ, ਸਵੇਰੇ ਹੋਰ, ਸ਼ਾਮੀ ਹੋਰ, ਰਾਤ ਨੂੰ ਹੋਰ। ਪਰ ਸਾਧੂ ਹੈ ਨਾ ਜਿਹੜਾ, ਜਿਹਨੂੰ ਸੰਤ ਕਹਿੰਦੇ ਆ, ਉਹ ਉਹਦੀ ਰਸਨਾ ਦਾ ਕੀਤਾ ਹੋਇਆ ਬਚਨ ਰੱਬ ਵੀ ਟਾਲ ਨਹੀਂ ਸਕਦਾ। ਰੱਬ ਕੌਣ ਹੈ? ਜੋ ਸਾਧੂ ਦਾ ਬਚਨ ਬੋਲਦਾ ਹੈ। ਕਿਉਂਕਿ ਸਾਧੂ ਰੱਬ ਨੂੰ ਆਪਣੇ ਵੱਸ ਰੱਖਦੇ, ਪਿਆਰ ਦੇ। ਆਖਣ ਲੱਗੇ ਮਹਾਰਾਜ ਉਸ ਸਾਧੂ ਦੇ ਬਚਨ ਅੱਜ ਸੱਚ ਹੋ ਗਏ, ਉਹ ਸਮਾਂ ਆ ਗਿਆ, ਆਪ ਜੀ ਗਰੀਬ ਦੀ ਕੁੱਲੀ ਆਣ ਪਧਾਰੇ ਹੋ। ਦੇਖੋ ਕਿੱਥੇ ਲੱਭ ਲਿਆ ਮਰਜ ਨੇ, ਜੰਗਲਾਂ 'ਚ ਕੁਟੀਆ ਬਣੀ ਹੈ, ਉੱਥੇ ਕਿਹੜਾ ਸਾਈਨ ਬੋਰਡ ਲੱਗੇ ਸੀ ਵੀ ਭਰਤਰੀ ਨੂੰ ਮਿਲਣਾ ਤੇ 5 ਕਿਲੋਮੀਟਰ ਅੱਗੇ ਤੋਂ ਟਰਨ ਲਓ, ਐਸਾ ਸੀ ਉੱਥੇ? ਭਰਤਰੀ ਨੂੰ ਦੁਨੀਆ ਬੇਸ਼ੱਕ ਜਾਣਦੀ, ਪਰ ਕਿਸੇ ਨੂੰ ਕੀ ਪਤਾ ਉਹ ਤਪ ਕਿੱਥੇ ਕਰਦਾ, ਯੋਗੀ ਹੈ, ਸਾਧੂ ਹੈ, ਕਿਹੜੇ ਲਿਬਾਸ ਵਿੱਚ ਦੁਨੀਆ ਵਿੱਚ ਵਿਚਰਦਾ ਸੀ। ਜਦੋਂ ਮਰਜ ਸਾਹਮਣੇ ਬੈਠੇ ਗੁਰੂ ਸਾਹਿਬ ਮੁਸਕਰਾਈ ਜਾਣ, ਉਹ ਅੱਖਾਂ ਭਰ ਭਰ ਕੇ, ਨੈਣ ਭਰ ਭਰ ਕੇ ਸਤਿਗੁਰਾਂ ਨੂੰ ਤੱਕਦਾ ਏ। ਸ੍ਰੀ ਗੁਰ ਬਚਨ ਸੁਣਤ ਭਰਥਰ ਕੇ, ਗਿਰਾ ਕਹੀ ਬੋ ਕਰੁਣਾ ਕਰਕੇ। ਭਰਥਰੀ ਦੇ ਪਿਆਰ ਭਰੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤਰਸਦੇ ਪ੍ਰੇਮ ਦੇ ਘਰ ਵਿੱਚ ਆਏ, ਤੇ ਭਰਥਰੀ ਨੂੰ ਸਤਿਗੁਰ ਬੜੇ ਪਿਆਰ 'ਚ ਆਵਾਜ਼ ਮਾਰਦੇ, ਕਹਿੰਦੇ ਭਰਥਰੀ ਜੀ। ਜੀ ਕਿਉਂ ਕਿਹਾ? ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਉਹ ਸਦਾ ਹੀ ਜੀ ਕਹਿਲਾਉਣ ਦੇ ਲਾਇਕ ਨੇ। ਬਾਣੀ ਲਿਖਦੀ ਹੈ, ਜੇ ਕਉ ਜੀਓ ਕਹਿ ਉਹਨਾਂ ਕਉ, ਤੋ ਜਮ ਕੀ ਤਲਬ ਨਾ ਹੋਈ। ਕਹਿੰਦੇ ਬੰਦੇ ਨੇ ਸਾਰੀ ਜ਼ਿੰਦਗੀ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਪਰ ਉਹ ਜਮਾਂ ਦੀ ਮਾਰ ਤੋਂ ਤਾਂ ਬਚ ਗਿਆ ਕਿਉਂਕਿ ਉਹ ਰੱਬ ਦੇ ਪਿਆਰੇ ਗੁਰਸਿੱਖਾਂ ਨੂੰ ਜੀ ਜੀ ਕਹਿ ਕੇ ਦਿਲੋਂ ਬੁਲਾਉਂਦਾ ਸੀ। ਉਹ ਜੀ ਕਹਿਣ ਵਾਲੇ ਵੀ ਤਰ ਗਏ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਬਹਿ ਕੇ ਆਖਣ ਲੱਗੇ, ਕਹਿੰਦੇ ਭਰਥਰੀ ਜੋ ਤੇਰੇ ਦਿਲ ਦੇ ਖਿਆਲ ਨੇ, ਜੋ ਤੇਰੇ ਸਵਾਲ ਨੇ, ਪੁੱਛ ਲਾ ਮੇਰੇ ਤੋਂ। ਮੈਂ ਤੇਰੇ ਸਵਾਲਾਂ ਦਾ ਜਵਾਬ ਦੇਣ ਆਇਆ, ਤੈਨੂੰ ਮਿਲਣ ਆਇਆ। ਜੋ ਪੁੱਛਣ ਕੀ ਇੱਛਾ ਤੇਰੇ, ਕਹੋ ਆਪ ਸੁਣੀਏ ਬਿਨ ਦੇਰੇ। ਬਿਨਾਂ ਦੇਰੀ ਤੋਂ ਸਵਾਲ ਕਰੋ, ਜੋ ਤੁਹਾਡੇ ਦਿਲ ਦੀ ਇੱਛਾ ਹੈ, ਚਾਹਤ ਹੈ, ਜੋ ਜੋ ਖਿਆਲ ਤੁਹਾਡੇ ਬਲਬਲੇ ਤੇ ਦੁਬਦਾ ਨੇ, ਪੁੱਛੋ।
ਕਦੇ ਭਰਤਰੀ ਨੇ ਸੋਚਿਆ ਸੀ ਵੀ ਮੇਰੇ ਸਵਾਲਾਂ ਦਾ ਜਵਾਬ ਰੱਬ ਜੀ ਆਪ ਦੇਣਗੇ ਆ ਕੇ, ਤੇ ਮੈਨੂੰ ਸਵਾਲ ਕਰਨਗੇ ਵੀ ਪੁੱਛ ਮੈਥੋਂ ਮੈਂ ਕਾਲਾ। ਕਿੱਡੇ ਵੱਡੇ ਕਰਮ ਹੋਣਗੇ। ਕਿੰਨੀ ਚੰਗੀ ਕਿਸਮਤ ਉਸ ਸਾਧੂ ਦੀ ਹੋਊਗੀ ਜਿਹਦੇ ਸਾਹਮਣੇ ਰੱਬ ਜੀ ਆਪ ਚੌਂਕੜਾ ਮਾਰ ਕੇ ਬੈਠੇ, ਕਹਿੰਦੇ ਪੁੱਛ ਮੈਥੋਂ ਕੀ ਪੁੱਛੇਗਾ। ਜੇ ਸੱਜਣ ਨੂੰ ਚਾਹਿਆ ਉਹ ਸੱਜਣ ਬੈਠੇ। ਭਰਤਰੀ ਅੱਖਾਂ ਭਰਿਆ ਹੈ, ਕਾਫੀ ਦੇਰ ਕੁਝ ਬੋਲੇ ਨਾ ਭਰਤਰੀ ਜੀ, ਕਿਉਂਕਿ ਯਕੀਨ ਨਹੀਂ ਹੋ ਰਿਹਾ, ਵਿਸ਼ਵਾਸ ਨਹੀਂ ਹੋ ਰਿਹਾ ਇਸ ਸਰੀਰ ਉੱਤੇ, ਆਪਣੇ ਆਪ ਉੱਤੇ, ਵੀ ਜਿਸ ਰੱਬ ਨੂੰ ਮੈਂ ਇੰਨੇ ਲੰਮੇ ਸਮੇਂ ਤੋਂ ਚੇਤੇ ਕਰਦਾ, ਕਿੰਨੇ ਸਾਲ ਲੰਘ ਗਏ, ਉਹ ਸੱਚੀ ਅੱਖਾਂ ਸਾਹਮਣੇ ਪ੍ਰਤੱਖ ਜੋਤ ਵਿੱਚ, ਪ੍ਰਤੱਖ ਰੂਪ ਵਿੱਚ, ਜੋ ਆਪ ਗੁਰੂ ਨਾਨਕ ਪਾਤਸ਼ਾਹ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਉੱਥੇ ਪ੍ਰਗਟ ਹੋ ਕੇ ਬੈਠੇ ਆ। ਕਹਿੰਦੇ ਕੋਈ ਸਵਾਲ ਸੁਝੇ ਹੀ ਨਾ, ਵੇਖੀ ਜਾਣ ਵੇਖੀ ਜਾਣ। ਮਰਦ ਨੇ ਫੇਰ ਆਖਿਆ, ਕਹਿੰਦੇ ਭਰਤਰੀ ਜੀ ਤੁਹਾਨੂੰ ਤੁਹਾਡੇ ਸਵਾਲ ਤੰਗ ਕਰਦੇ ਸੀ, ਇਹ ਸੱਚ ਹੈ। ਸਾਡੇ ਮਨ 'ਚ ਕੋਈ ਸ਼ੰਕਾ ਹੋ ਜੇ, ਮਨ ਵਿੱਚ ਹੋ ਜੇ ਕੋਈ ਸਵਾਲ, ਜਦੋਂ ਤੱਕ ਜਵਾਬ ਨਹੀਂ ਮਿਲਦਾ ਸੱਚੀ ਮਨ ਤਰਲੋ ਮੱਛੀ ਹੋਇਆ ਰਹਿੰਦਾ। ਨਾ ਭਗਤੀ 'ਚ ਚਿੱਤ ਲੱਗੇ, ਨਾ ਸੇਵਾ 'ਚ ਚਿੱਤ ਲੱਗੇ। ਇਸੇ ਕਰਕੇ ਕਹਿੰਦੇ ਸ਼ੰਕੇ ਤੋਂ ਬਚਣਾ ਚਾਹੀਦਾ, ਸਵਾਲਾਂ ਤੋਂ ਬਚਣਾ ਚਾਹੀਦਾ, ਮਨ ਬੁਰੇ ਖਿਆਲ ਨਾ ਪੈਦਾ ਕਰੇ। ਪਰ ਭਰਤਰੀ ਜੀ ਦੇ ਖਿਆਲ ਦੁਨਿਆਵੀ ਨਹੀਂ ਨੇ, ਜੱਗ ਨੂੰ ਛੱਡ ਕੇ ਰੱਬ ਨੂੰ ਮਿਲਣ ਦੇ ਪਰਥਾਏ ਉਹਨਾਂ ਦੇ ਅੰਦਰ ਬੜੀ ਵਾਰ ਇਹ ਖਿਆਲ ਆਏ ਵੀ ਜੇ ਇਦਾਂ ਕਰਾਂਗੇ ਰੱਬ ਮਿਲੂ। ਪਰ ਇੱਥੇ ਤੇ ਪ੍ਰੈਕਟੀਕਲ ਹੋ ਗਿਆ, ਚੇਤੇ ਰੱਬ ਨੂੰ ਕਰਦਾ ਰਿਹਾ, ਰੱਬ ਜੀ ਮਿਲ ਗਏ, ਸਾਰਾ ਕੁਝ ਹੀ ਭੁੱਲ ਗਏ। ਇਹ ਸੁਭਾਵਕ ਹੈ। ਅਸੀਂ ਜਿਹਨੂੰ ਪ੍ਰੇਮ ਕਰਦੇ ਹੋਈਏ ਨਾ, ਉਹਨੂੰ ਮਿਲਣ ਤੋਂ ਪਹਿਲਾਂ ਬੜੇ ਖਿਆਲ ਮਨੁੱਖ ਦੇ ਮਨ ਵਿੱਚ ਆਉਂਦੇ ਨੇ, ਮਿਲੇਗਾ ਆ ਵੀ ਕਹੂੰਗਾ, ਆ ਵੀ ਕਹੂੰਗਾ, ਸ਼ਿਕਾਇਤ ਲਵਾਂਗਾ। ਪਰ ਜਦੋਂ ਸਾਹਮਣੇ ਆ ਜੇ ਸਾਰਾ ਕੁਝ ਹੀ ਭੁੱਲ ਜਾਂਦਾ ਹੈ, ਯਾਦ ਹੀ ਨਹੀਂ ਰਹਿੰਦਾ। ਜਦੋਂ ਭਰਤਰੀ ਜੀ ਭੁੱਲ ਗਏ ਸਾਰਾ ਕੁਝ, ਪਿਆਰ 'ਚ ਭਿੱਜੇ ਹੋਏ, ਸਤਿਗੁਰਾਂ ਤੀਜੀ ਵਾਰ ਆਖਿਆ, ਕਹਿੰਦੇ ਮਨ ਦੇ ਖਿਆਲ ਨਾ ਵਿਸਾਰੋ। ਜਦੋਂ ਤੱਕ ਇਹ ਖਿਆਲ ਅੰਦਰ ਦੇ ਮੁੱਕਦੇ ਨਹੀਂ, ਤੈਨੂੰ ਸੰਤੁਸ਼ਟੀ ਆਉਣੀ ਨਹੀਂ। ਬੋਲਿਓ ਤਬੈ ਭਰਤਰੀ ਬਾਨੀ, ਸੁਣਿਓ ਕਿਰਪਾਲ ਸਕਲ ਗੁਣ ਖਾਨੀ। ਸਤਿਗੁਰਾਂ ਨੂੰ ਜਲ ਪਾਣੀ ਬੜੇ ਪਿਆਰ ਨਾਲ ਛਕਾਇਆ, ਜੋ ਸਰਦਾ ਬਣਦਾ ਸੀ ਭਰਤਰੀ ਜੀ ਦਾ। ਕਹਿੰਦਾ ਇਹ ਪਿਆਰੇ ਪ੍ਰਮਾਤਮਾ, ਪਹਿਲਾਂ ਤੇ ਕਿਰਪਾ ਕਰਕੇ ਕੁਟੀਆ ਦੇ ਅੰਦਰ ਆਓ। ਰਾਜ ਮਹਿਲ ਛੱਡ ਕੇ ਰਾਜਾ ਭਰਤਰੀ ਯੋਗੀ ਬਣਿਆ ਹੋਇਆ, ਸਾਧੂ, ਕੰਨਾਂ 'ਚ ਮੁੰਦਰਾਂ ਪਾਈਆਂ ਨੇ। ਇਹ ਜਮਾਨੇ ਵਾਲੀਆਂ ਮੁੰਦਰਾਂ ਥੋੜਾ ਨੇ ਵੀ ਕੰਨ 'ਚ ਮੁੰਦਰਾਂ ਪਾਈਆਂ ਜਣੇ ਖਣੇ ਦੇ ਘਰ ਮੰਗਣ ਤੁਰ ਪਿਆ। ਜਿਹੜੇ ਯੋਗੀ ਸਾਧੂ ਮੰਗਦੇ ਨਹੀਂ ਕਿਸੇ ਦੇ ਘਰੋਂ। ਉਹ ਕਹਿੰਦੇ ਜਿਸ ਰੱਬ ਨੂੰ ਜਪਦੇ ਆ ਉਹ ਰੋਟੀ ਵੀ ਨਹੀਂ ਦਊਗਾ। ਜਿਹਦੀ ਯਾਦ ਵਿੱਚ ਬੈਠੇ ਆ ਉਹ ਐਡਾ ਮਾੜਾ ਹੈ ਵੀ ਆਪਣੇ ਪਿਆਰਿਆਂ ਨੂੰ ਭੁੱਖਾ ਪਿਆਸਾ ਰੱਖੇ, ਮੰਗਣਾ ਨਹੀਂ ਆਉਂਦਾ ਉਹਨਾਂ ਨੂੰ, ਮੰਗਦੇ ਆ ਪਰਮਾਤਮਾ। ਸਤਿਗੁਰਾਂ ਨੂੰ ਭੋਜਨ ਪਾਣੀ ਛਕਾ ਕੇ ਬੜੇ ਅਦਬ ਨਾਲ ਆਪਣੀ ਕੁਟੀਆ ਦੇ ਵਿੱਚ ਬਿਠਾਇਆ, ਸਾਹਮਣੇ ਬਹਿ ਗਿਆ, ਦੋਨੇ ਹੱਥ ਜੋੜ ਸਿੱਧਾ ਵਾਂਗੂ। ਕਹਿੰਦਾ ਮਹਾਰਾਜ ਕੁਝ ਖਿਆਲ ਐਸੇ ਕਿਸੇ ਸਿੱਧ, ਕਿਸੇ ਯੋਗੀ, ਕਿਸੇ ਸਾਧੂ ਨੇ ਅੱਜ ਤੱਕ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ। ਹੁਣ ਤੁਹਾਡੇ ਪ੍ਰਤੀ ਕੋਈ ਕਿਸੇ ਨੂੰ ਸ਼ੰਕਾ ਹੋਵੇ, ਤੁਸੀਂ ਹੀ ਨਿਵਰਤ ਕਰ ਸਕਦੇ ਹੋ। ਦੂਜਾ ਕਿਵੇਂ ਕਰੇਗਾ ਜੋ ਤੁਹਾਡੀ ਥਾਂ ਤੇ ਨਹੀਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮਾਤਮਾ ਨੇ, ਪਰਮੇਸ਼ਰ ਦੇ ਪਰਥਾਏ ਕੋਈ ਸ਼ਿਕਾਇਤ ਹੈ ਤੇ ਰੱਬ ਹੀ ਸੋਲਵ ਕਰੂ। ਦੂਜਾ ਤੀਜਾ ਬੰਦਾ ਤੇ ਦਲਾਸਾ ਦੇ ਸਕਦਾ, ਉਹਦਾ ਪਿਆਰਾ ਕਹਿ ਸਕਦਾ ਏਡਾ ਬੇਅੰਤਾ ਸ਼ੰਕਾ ਨਾ ਕਰ, ਆਨੰਦ 'ਚ ਰਹਿ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਆਖਣ ਲੱਗੇ, ਮਹਾਰਾਜ ਮੇਰੇ ਸਵਾਲ ਸਿਰਫ ਮੇਰੇ ਤਾਈਂ ਨੇ। ਮੈਂ ਦੁਨੀਆ ਤੇ ਸਵਾਲ, ਰੱਬ ਤੇ ਸਵਾਲ, ਗੈਰਾਂ ਤੇ ਸਵਾਲ, ਭਰਮ ਤੇ ਸਵਾਲ ਨਹੀਂ ਚੁੱਕਿਆ। ਤੇ ਤਕਰੀਬਨ ਸਾਡੇ 99 ਸਵਾਲ ਹੀ ਲੋਕਾਂ ਦੇ ਹੁੰਦੇ ਆ। ਅਸੀਂ ਕਦੇ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਨਹੀਂ ਧਰਮ ਦੀ ਦੁਨੀਆ ਵਿੱਚ ਵੀ ਜੇ ਮੈਂ ਉੱਠਿਆ ਨਹੀਂ, ਮੈਂ ਫਲਾਣੇ ਕਰਕੇ ਨਹੀਂ ਉੱਠਿਆ, ਮੈਨੂੰ ਉਹਨੇ ਨਹੀਂ ਉਠਾਇਆ। ਜੇ ਅੱਜ ਮੈਂ ਪਾਠ ਨਹੀਂ ਕੀਤਾ, ਮੈਨੂੰ ਫਲਾਣੇ ਦਾ ਫੋਨ ਆ ਗਿਆ, ਮੇਰਾ ਨਿਤਨੇਮ ਰਹਿ ਗਿਆ, ਮਤਲਬ ਦੂਜਾ ਬੰਦਾ ਗੁਨਾਹਗਾਰ ਆ, ਮੈਂ ਤੇ ਸਾਧੂ ਆ। ਮੰਨੇਗਾ ਦੇ ਨਹੀਂ ਵੀ ਮੇਰੀ ਗਲਤੀ ਸੀ, ਮੇਰਾ ਅਵੇਸਲਾਪਣ ਸੀ। ਤੇ ਜੇ ਮੈਨੂੰ ਪਤਾ ਮੇਰਾ ਪਿਆਰ ਗੁਰੂ ਨਾਲ ਹੈ ਤੇ ਮੈਂ ਫੋਨ ਨਹੀਂ ਸੀ ਚੁੱਕਣਾ ਕਿਸੇ ਦਾ ਵੀ ਮੈਂ ਜਪਜੀ ਦਾ ਜਾਪ ਸੰਪੂਰਨ ਕਰਨਾ। ਇੱਕ ਵਾਰ ਨਹੀਂ 20 ਵਾਰ ਆਊ ਫੋਨ ਆਈ ਜਾਵੇ। ਪਰ ਨਹੀਂ, ਸਾਡੇ ਉਲਾਂਭੇ ਰੱਬ ਨਾਲ ਵੀ ਨੇ, ਲੋਕਾਂ ਨਾਲ ਵੀ ਨੇ। ਪਰ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਸਾਹਮਣੇ ਕਹਿੰਦਾ, ਮਹਾਰਾਜ ਇਹ ਜਿਹੜਾ ਮਨ ਹੈ, ਮੇਰਾ ਸਵਾਲ ਹੈ ਵੀ ਇਹ ਵਸ ਕਿਉਂ ਨਹੀਂ ਹੁੰਦਾ। ਹਜੇ ਤੱਕ ਨਹੀਂ ਹੋਇਆ। ਰੱਬ ਮਿਲ ਗਿਆ ਪਰ ਮਨ ਅਜੇ ਵਸ ਨਹੀਂ ਆਇਆ। ਮੈਂ ਸਾਧਿਓ ਹਠ ਜੋਗ ਮਹਾਨਾ,
ਜਾਂ ਤੇ ਮਨ ਰੋਕਿਓ ਬਿਦ ਨਾਨਾ। ਗਰੀਬ ਨਵਾਜ਼, ਮੈਂ ਜੋਗੀ ਬਣ ਕੇ, ਸਾਧੂ ਬਣ ਕੇ ਹੱਠ ਯੋਗ ਕੀਤਾ। ਭਰਥਰੀ ਹਜ਼ਾਰਾਂ ਸਾਲਾਂ ਦਾ ਰਾਜ ਛੱਡ ਕੇ ਗਏ ਨੇ ਭਾਰਤ ਦਾ। ਬਰਫਾਂ 'ਚ ਗਲਦੇ ਰਹੇ, ਹੇਮਕੁੰਡ ਸਾਹਿਬ ਦੀਆਂ ਬਰਫਾਂ 'ਚ। ਕਦੇ ਗਰਮੀ 'ਚ ਤਪੱਸਿਆ ਕੀਤੀ, ਕਈ ਸਾਲ ਭੁੱਖੇ ਪਿਆਸੇ ਸਮਾਂ ਬਤੀਤ ਕੀਤਾ। ਸਿੱਧ ਨੇ ਸੈਂਕੜੇ ਸਾਲਾਂ ਦੀ ਉਮਰ ਵਧਾ ਲਈ ਹੈ। ਕਹਿੰਦੇ ਮਰਦ ਮੈਂ ਹੱਠ ਯੋਗ ਕੀਤਾ, ਹੱਠ ਕਰਕੇ ਮੈਂ ਆਪਣੇ ਮਨ ਤੇ ਕਾਬੂ ਕਰ ਲਿਆ। ਮਤਲਬ ਮਨ ਦੀਆਂ ਵਾਸ਼ਨਾਵਾਂ ਰੋਕ ਲਈਆਂ ਨੇ, ਪਰ ਮਨ ਮਰਿਆ ਨਹੀਂ। ਕਾਬੂ ਕਰਨ ਵਿੱਚ ਤੇ ਮਰਨ ਵਿੱਚ ਫਰਕ ਹੈ। ਤੁਸੀਂ ਕਿਸੇ ਕ੍ਰਿਮੀਨਲ ਨੂੰ ਕਾਬੂ ਕਰਕੇ ਜੇਲ੍ਹ 'ਚ ਸੁੱਟ ਲਿਆ, ਬੰਦ ਕਰ ਲਿਆ, ਪਰ ਮਾਰਿਆ ਨਹੀਂ ਹੈ। ਜਿੱਦਣ ਤੁਹਾਡੇ ਵੱਸੋਂ ਨਿਕਲ ਗਿਆ, ਤਾਰੇ ਵਿਖਾ ਦੇਗਾ। ਜਿੱਦਣ ਤੁਹਾਡੇ ਕੋਲੋਂ ਨਿਕਲ ਗਿਆ ਨਾ, ਉਹ ਦੁੱਗਣੇ ਮਾੜੇ ਕੰਮ ਕਰੂਗਾ, ਕਿਉਂਕਿ ਉਹ ਕਾਬੂ 'ਚ ਹੈ, ਉਹ ਵੱਸ ਵਿੱਚ ਹੈ। ਹੁਣ ਇਹ ਕਹਿੰਦੇ ਮੈਂ ਹੱਠ ਯੋਗ ਕਰਕੇ ਮਨ ਆਪਣਾ ਤੇ ਵੱਸ ਕਰ ਲਿਆ, ਕਾਬੂ ਕਰ ਲਿਆ, ਪਰ ਮਨ ਮਰਿਆ ਨਹੀਂ ਹੈ। ਮਨ ਮਾਰਨਾ ਕੀ ਹੈ? ਆਪਣਾ ਅਹੰਗ ਮਾਰਨਾ, ਹਉਮੈ ਮਾਰਨੀ। ਯੋਗੀ ਵਿੱਚ ਵੀ ਹਉਮੈ ਹੁੰਦੀ, ਸਾਧੂ ਵਿੱਚ ਵੀ ਹਉਮੈ ਹੁੰਦੀ, ਫਕੀਰ ਵਿੱਚ ਵੀ ਹੁੰਦੀ ਹੈ। ਪਰ ਜਿੱਦਣ ਪਰਮਾਤਮਾ ਦੀ ਕਿਰਪਾ ਹੋ ਜੇ, ਹਉਮੈ ਲੀਰੋ ਹੋ ਜਾਂਦੀ ਹੈ। ਉਹ ਸਵਾਲ ਕਰਦੇ ਆ, ਕਹਿੰਦੇ ਮਹਾਰਾਜ ਮੈਂ ਇਸ ਮਨ ਨੂੰ ਸਾਧਣ ਦੇ ਵਾਸਤੇ ਬੜੇ ਕਠਿਨ ਤਪ ਕੀਤੇ, ਪੁੱਠਾ ਲਟਕਿਆ, ਬਰਫਾਂ ਦੇ ਪਾਣੀਆਂ 'ਚ ਖੜਿਆ, ਅੱਗ ਦੇ ਉਬਲਦੇ ਪਾਣੀਆਂ 'ਚ ਬੈਠਾ ਮੈਂ, ਕਦੇ ਕੁਛ ਕਦੇ ਖੂਹ 'ਚ ਲਟਕਣਾ ਪਿਆ, ਕਦੇ ਭੁੱਖੇ ਪਿਆਸੇ ਮਰਨਾ ਪਿਆ, ਪਰ ਇਸ ਮਨ ਨੇ ਫਿਰ ਵੀ ਖਿਆਲ ਪੈਦਾ ਕੀਤੇ, ਇਹ ਮਰਿਆ ਨਹੀਂ ਮੇਰੇ ਤੋਂ। ਮੈਂ ਇਹਨੂੰ ਵਸ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ। ਮਨ ਨਿਰਮਲ ਤੇ ਸ਼ੁਭ ਗਤਿ ਹੋਵੇ, ਜਨਮ ਮਰਨ ਕੇ ਸੰਕਟ ਖੋਵੇ। ਕਿਉਂਕਿ ਪਾਤਸ਼ਾਹ ਜਦੋਂ ਤੱਕ ਮਨ ਨਿਰਮਲ ਨਹੀਂ ਹੁੰਦਾ, ਉਦੋਂ ਤੱਕ ਇਹਦੀ ਗਤ ਨਹੀਂ ਹੁੰਦੀ। ਗਤ ਨਾਮ ਹੈ ਮੁਕਤੀ ਦਾ। ਅਜੇ ਮਤਲਬ ਮਨ ਮੈਲਾ ਹੈ। ਮਨ ਵਿੱਚ 1% ਵੀ ਮੈਲ ਰਹੇਗੀ ਤੇ ਖਰਾਬ ਫੇਰ ਕਰੂਗਾ। ਜੇ ਭਾਂਡਾ ਮੈਲਾ ਹੈ, ਤੁਸੀਂ ਕਿਸੇ ਬਰਤਨ 'ਚ ਸਬਜ਼ੀ ਰੱਖੀ, ਉਹ ਖਰਾਬ ਹੁੰਦੀ ਪਈ ਹੈ, ਸਾਰਾ ਭਾਂਡਾ ਧੋ ਲਿਆ, ਕਿਤੇ ਉਹ 'ਚ ਥੋੜਾ ਬਹੁਤਾ ਦਾਗ ਰਹਿ ਗਿਆ, ਉਹ 'ਚ ਪਾਈ ਹੋਈ ਦੂਜੀ ਵਸਤੂ ਵੀ ਖਰਾਬ ਹੋ ਜਾਣੀ ਹੈ, ਕਿਉਂਕਿ ਕਿਤੇ ਨਾ ਕਿਤੇ ਮੈਲ ਸੀ ਉਹ 'ਚ, ਕਿਤੇ ਨਾ ਕਿਤੇ ਬੈਕਟੀਰੀਆ ਸੀ ਉਹਦੇ ਵਿੱਚ। ਮਨ ਦੇ ਭਾਂਡੇ ਦੇ ਵਿੱਚ ਜੇ ਮਾੜੀ ਮੋਟੀ ਮੈਲ ਰਹਿ ਗਈ ਨਾ ਹਉਮੈ ਦੀ, ਇਹ ਫਿਰ ਜਪ ਤਪ ਸੇਵਾ ਭਾਵਨਾ ਕਰਦਾ ਵੀ ਹੰਕਾਰ ਕਰ ਬਹਿੰਦਾ ਵੀ ਮੈਂ ਤੇ ਜੀ ਇੰਨੀਆਂ ਯਾਤਰਾ ਹਜ਼ੂਰ ਸਾਹਿਬ ਦੀਆਂ ਕਰ ਲਈਆਂ, ਮੈਂ ਇੰਨੀ ਵਾਰ ਅੰਮ੍ਰਿਤਸਰ ਸਾਹਿਬ ਨਹਾਇਆ ਜਾ ਕੇ, ਇਹ ਹਉਮੈ ਬੋਲਦੀ ਬੰਦੇ ਦੀ। ਮੇਰਾ ਤੇ ਜੀ ਸੁਖਮਨੀ ਸਾਹਿਬ ਦਾ ਪਾਠ ਪੱਕਾ ਏ, ਦੁਨੀਆ ਇੱਧਰ ਦੀ ਇੱਧਰ ਹੋ ਜੇ, ਮੈਂ ਪਾਠ ਨਹੀਂ ਛੱਡਦਾ, ਮੈਂ ਜੀ ਕਦੇ ਨਿਤਨੇਮ ਨਹੀਂ ਛੱਡਿਆ। ਇਹ ਕੀ ਹੈ? ਇਹ ਹੈ ਤੇ ਚੰਗਾ ਕੰਮ ਸੀ, ਪਰ ਚੰਗੇ ਕੰਮ ਪਿੱਛੇ ਵੀ ਹਉਮੈ ਖੜੀ ਹੈ। ਮੀਂਹ ਆ ਜੇ ਜੀ, ਹਨੇਰੀ ਆ ਜੇ ਜੀ, ਮੈਂ ਕਦੇ ਸੇਵਾ ਨਹੀਂ ਛੱਡੀ, ਮੈਂ ਇਹ ਤੇ ਲਈ ਬੈਠੀ ਹੈ। ਭਰਥਰੀ ਕਹਿੰਦਾ ਪਾਤਸ਼ਾਹ ਮਨ ਨਿਰਮਲ ਨਹੀਂ ਹੋਇਆ, ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜਿੱਦਣ ਮਨ ਨਿਰਮਲ ਹੋ ਜਾਏਗਾ, ਨਿਰਮਲ ਤੋਂ ਭਾਵ ਮੈਲ ਤੋਂ ਰਹਿਤ, ਕਿਣਕਾ ਵੀ ਮੈਲ ਨਹੀਂ ਹੋਣੀ ਉਹਦੇ ਵਿੱਚ। ਕਹਿੰਦੇ ਗਤੀ ਤੇ ਮੁਕਤੀ ਤੇ ਉਦਣ ਹੋਣੀ ਹੈ। ਮੈਂ ਯੋਗ ਬੜਾ ਕੀਤਾ, ਯੋਗ ਸਿੱਧ ਆਸਣ 84 ਇਹ ਪੀ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਰੱਬ ਨਹੀਂ ਮਿਲਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਵੱਡੇ ਵੱਡੇ ਹੁਕਮ ਕੀਤੇ, ਰਾਜ ਭਾਗ ਸਭ ਕੁਝ ਕਰਕੇ ਵੇਖ ਲਿਆ, ਪਰ ਮਨ ਕਾਬੂ ਨਹੀਂ ਆਉਂਦਾ। ਥੋੜਾ ਜਿਹਾ ਹੋ ਜਾਂਦਾ, ਜਦ ਤੱਕ ਦੱਬ ਕੇ ਰੱਖੋ ਤੱਕ ਠੀਕ ਰਹਿੰਦਾ। ਅਸੀਂ ਯਤਨ ਕਰਦੇ ਹਾਂ, ਮਰਜ ਬਾਣੀ ਵਿੱਚ ਵੀ ਲਿਖਦੇ ਆ ਕਿ ਯਤਨ ਸਾਰਿਆਂ ਨੇ ਕੀਤੇ, ਭਗਤਾਂ ਨੇ ਸਾਧੂਆਂ ਨੇ ਵੀ ਕੀਤੇ ਆ, ਯਤਨ ਕਰਨੇ ਚਾਹੀਦੇ ਆ, ਪਰ ਕਈ ਵਾਰ ਯਤਨਾਂ ਤੋਂ ਵੀ ਮਨ ਬਾਹਰ ਹੋ ਜਾਂਦਾ। ਜਦੋਂ ਮਨ ਇੰਨਾ ਬੇਵੱਸ ਹੋ ਜੇ ਨਾ, ਧਿਆਨ ਨਾਲ ਲੱਗੇ ਬਾਣੀ ਵਿੱਚ, ਫਿਰ ਇਹ ਕੀ ਕਰਦਾ? ਸਿਰ ਦੁਖਣ ਲਾ ਦਿੰਦਾ। ਫਿਰ ਬੰਦਾ ਕਹਿੰਦਾ ਹੁਣ ਮੇਰਾ ਪਿੱਠ ਦੁਖਦੀ, ਮੇਰਾ ਸਿਰ ਦੁਖਦਾ ਹੈ, ਮੇਰੀਆਂ ਅੱਖਾਂ ਦੁਖਣ ਲੱਗ ਗਈਆਂ, ਮੈਂ ਫੇਰ ਹੀ ਪਾਠ ਕਰੂੰ, ਹੁਣ ਨਹੀਂ ਕਰਨਾ। ਇਹ ਕਿਹਦੀ ਕਲਾ ਹੈ? ਅਸੀਂ ਨਹੀਂ ਸੋਚਿਆ, ਇਹ ਕਲਾ ਸਾਡੇ ਸ਼ੈਤਾਨ ਮਨ ਦੀ ਸੀ। ਸਾਰਾ ਕੁਝ ਇਹਦੇ ਵੱਸ 'ਚ ਹੈ। ਹੁੰਦਾ ਹੋਵੇ ਦਰਦ, ਮਨ ਆਖੇ ਮੈਂ ਦਰਦ ਮਹਿਸੂਸ ਨਹੀਂ ਕਰਨਾ, ਕੋਈ ਗੋਲੀ ਮਾਰ ਲੇ, ਕੁਝ ਨਹੀਂ ਹੁੰਦਾ। ਤੇ ਜੇ ਮਨ ਨੇ ਮੰਨ ਲਿਆ ਨਾ ਵੀ ਮੈਂ ਡਰ ਗਿਆ, ਸੱਚੀ ਸਾਹਮਣੇ ਕਿਤੇ ਕੁੱਤਾ ਵੀ ਹਨੇਰੇ 'ਚ ਲੁਕਿਆ, ਉੱਥੋਂ ਵੀ ਡਰਦਾ ਫਿਰੀ ਜਾਂਦਾ, ਕਹਿੰਦਾ ਪਤਾ ਨਹੀਂ ਕੋਈ ਜੰਗਲੀ ਜਾਨਵਰ ਹੈ, ਮਨ ਨੇ ਡਰਾਇਆ ਹੋਇਆ ਹੈ। ਆਖਦਾ ਮਹਾਰਾਜ ਮਨ ਅਜੇ ਤੱਕ ਮੇਰਾ ਨਿਰਮਲ ਨਹੀਂ ਹੋਇਆ, ਮੈਂ ਬੜੀ ਭਗਤੀ ਕੀਤੀ ਹੈ। ਇੱਥੇ ਮੈਂ ਹਉਮੈ ਵਾਲੀ ਨਹੀਂ ਹੈ, ਸੰਬੋਧਨ ਕਰਨ ਵਾਲੀ ਹੈ।
ਭਗਤੀ ਕੀਤੀ, ਤਪੱਸਿਆ ਕੀਤੀ, ਉਮਰ ਵਧਾ ਲਈ, ਪਰ ਇਹ ਮੇਰੇ ਵੱਸ ਹੋਇਆ ਹੀ ਨਾ। ਜਬ ਲੋ ਮਨ ਇਹੋ ਰਹੇ ਮਲੀਨਾ, ਤਬ ਲੋ ਹੋਏ ਨਾ ਬੰਧਨ ਹੀਨਾ। ਸਤਿਗੁਰੂ ਜੀ, ਜਦੋਂ ਤੱਕ ਇਹ ਮਨ ਮਲੀਨਾ ਮੈਲ ਤੋਂ ਰਹਿਤ ਨਹੀਂ ਹੁੰਦਾ, ਉਦੋਂ ਤੱਕ ਇਹ ਪੂਜਣ ਯੋਗ ਨਹੀਂ। ਰੱਬ ਦੇ ਪਿਆਰੇ ਰੱਬ ਵਰਗੇ ਆ ਨਾ ਜੀ। ਤੇ ਜੇ ਕੋਈ ਮੇਰੇ ਵਰਗੇ ਨੂੰ ਉਂਗਲ ਕਰਕੇ ਆਖੇ ਵੀ ਅਮਰਧਾਰੀ ਹੈ, ਗੁਰੂ ਘਰ ਰਹਿੰਦਾ, ਰੱਬ ਵਰਗਾ ਹੈ, ਨਾ ਭਾਈ, ਕਦੇ ਵੀ ਨਹੀਂ। ਜੇ ਹੁਣ ਮੇਰੇ ਵਰਗਾ ਬੰਦਾ ਰੱਬ ਵਰਗਾ, ਫਿਰ ਰੱਬ ਤੇ ਭਰੋਸਾ ਰਹਿ ਜੂ ਕਿਸੇ ਦਾ? ਸੁਭਾਵਿਕ ਗੱਲ ਹੈ। ਅਸੀਂ ਕਹਿੰਦੇ ਫਲਾਣਾ ਬੰਦਾ ਰੱਬ ਵਰਗਾ, ਨਹੀਂ, ਤੂੰ ਕੀ ਵੇਖਿਆ ਉਸ ਬੰਦੇ ਦਾ? ਨੇੜੇ ਹੋ ਕੇ ਵੇਖ, ਤੈਨੂੰ ਪਤਾ ਲੱਗਣਾ। ਹੋ ਸਕਦਾ ਤੈਥੋਂ ਵੀ ਬੁਰਾ ਹੋਵੇ, ਤੇਰੇ ਤੋਂ ਵੀ ਗਿਆ ਗੁਜ਼ਰਿਆ ਹੋਵੇ। ਰੱਬ ਦਾ ਰੂਪ ਉਹ ਹੁੰਦਾ ਏ ਜਿਹਦੇ ਵਿੱਚ ਅੰਸ਼ ਮਾਤਰ ਵੀ ਵਿਕਾਰ ਨਹੀਂ। ਐਸੇ ਸਾਧੂ ਹੋਏ ਆ, ਅੱਜ ਵੀ ਹਨ, ਹੁੰਦੇ ਰਹਿਣਗੇ, ਕਿਉਂਕਿ ਰੱਬ ਤੇ ਉਹਦੇ ਪਿਆਰੇ ਕਦੇ ਦੂਰ ਥੋੜਾ ਹੁੰਦੇ ਆ। ਪਰ ਜੇ ਅਸੀਂ ਭੁਲੇਖਾ ਪਾਲਿਆ ਵੀ ਜਿਨ੍ਹਾਂ ਕੋਲ ਭੀੜ ਹੈ, ਭੀੜ ਕਿੱਥੇ ਹੁੰਦੀ ਹੈ? ਮੂਰਖਾਂ ਕੋਲ ਭੀੜ ਹੁੰਦੀ ਹੈ। ਸਿਆਣੇ ਬੰਦੇ ਦੇ ਕੋਲ ਕਦੇ ਭੀੜ ਨਹੀਂ ਹੁੰਦੀ। ਸਿਆਣੇ ਹਮੇਸ਼ਾ ਸਮਾਜ 'ਚ ਇਕੱਲੇ ਰਹਿੰਦੇ ਆ। ਮਹਾਤਮਾ ਬੁੱਧ ਕਹਿੰਦੇ ਸੀ, ਜਿੱਥੇ ਬਹੁਤਾ ਇਕੱਠ ਹੋਵੇ ਨਾ, ਸਮਝ ਲਓ ਮੂਰਖਾਂ ਦੇ ਟੋਲੇ ਇਕੱਠੇ ਹੋਏ ਆ। ਸਿਆਣਾ ਬੰਦਾ ਇੱਕ ਵੀ ਨਹੀਂ, ਕਿਉਂਕਿ ਸਿਆਣੇ ਕਦੇ ਇਕੱਠ ਨਹੀਂ ਕਰਦੇ। ਇਕੱਠ ਹੁੰਦੇ ਹੀ ਭੀੜਾਂ ਹੁੰਦੀਆਂ ਹੀ ਮੂਰਖਾਂ ਦੀਆਂ ਨੇ। ਇਸੇ ਕਰਕੇ ਉਹ ਕਹਿੰਦਾ, ਮਹਾਰਾਜ, ਮਨ ਅਜੇ ਪੂਜਣ ਲਾਇਕ ਨਹੀਂ ਹੋਇਆ, ਮਨ ਅਜੇ ਬੰਧਨਾਂ ਦੇ ਯੋਗ ਨਹੀਂ ਹੋਇਆ, ਕਿਉਂਕਿ ਮੇਰੇ ਮਨ ਤੇ ਰੱਬ ਦੇ ਵਿੱਚ ਕੋਈ ਫਰਕ ਤੇ ਹੈ ਹੀ ਨਹੀਂ। ਪਰ ਮੈਲ ਕਰਕੇ ਮਨ ਨੇ ਆਪਣੀ ਹੋਂਦ ਬਣਾ ਲਈ। ਕਹਿੰਦਾ, ਮੇਰੀ ਮਰਜ਼ੀ, ਮੈਂ ਉੱਠਾਂ ਨਾ ਉੱਠਾਂ, ਮੈਂ ਪਾਠ ਕਰਾਂ ਨਾ ਕਰਾਂ, ਮੈਂ ਮੰਨਾਂ ਨਾ ਮੰਨਾਂ, ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ? ਨਾਲੇ ਗੁਰਦੁਆਰੇ ਦਾ ਪਾਠੀ ਗ੍ਰੰਥੀ ਕੌਣ ਹੁੰਦਾ ਮੇਰੀ ਗਲਤੀ ਕੱਢਣ ਵਾਲਾ? ਮੈਂ ਫਲਾਣੀ ਥਾਂ ਤੋਂ ਪਾਠ ਸਿੱਖਿਆ, ਮੈਨੂੰ ਇਹ ਆਉਂਦਾ। ਹਉਮੈ ਬੈਠੀ ਹੈ ਨਾ ਅੰਦਰ। ਇਹੀ ਜ਼ਿਕਰ ਕਰਦੇ ਭਰਤਰੀ ਜੀ ਆਪਣੇ ਸਵਾਲ ਆਪ ਕਰ ਰਹੇ ਨੇ। ਉਹਨਾਂ ਸਵਾਲਾਂ ਦੇ ਨਾਲ ਨਾਲ ਆਪਣਾ ਵਕਤ ਦੱਸ ਰਹੇ ਆ ਵੀ ਮਰਦ, ਮੈਂ ਬੜੀ ਕੋਸ਼ਿਸ਼ ਕੀਤੀ, ਮਨ ਮੇਰਾ ਮੈਲ ਤੋਂ ਰਹਿਤ ਨਹੀਂ ਹੋਇਆ, ਕਾਬੂ ਜ਼ਰੂਰ ਹੋ ਗਿਆ। ਕਾਬੂ ਕਿਵੇਂ ਹੈ? ਜੇ ਕਾਬੂ ਹੋਇਆ, ਰਾਣੀਆਂ ਦੇ ਸੁੱਖ ਛੱਡ ਕੇ ਆ ਗਿਆ। ਜੇ ਕਾਬੂ ਸੀ, ਹਾਥੀ ਘੋੜੇ ਸਲਾਮਾਂ ਫੌਜਾਂ ਛੱਡ ਕੇ ਆ ਗਿਆ। ਪਰ ਕੋਈ ਭਰੋਸਾ ਥੋੜੀ ਵੀ ਕਦੋਂ ਤੱਕ ਰਹਿਣਾ ਇਹਨੇ। ਕਦੋਂ ਮਨ 'ਚ ਖਿਆਲ ਪੈਦਾ ਕਰਦੇ, ਛੱਡੋ ਭਰਤਰੀ ਕਿਹੜੇ ਜੰਗਲਾਂ 'ਚ ਬੈਠਾ, ਰਾਜ ਭਾਗ ਦੇ ਸੁੱਖ ਬੜੇ, ਚੱਲ ਉੱਥੇ ਚੱਲੀਏ। ਇਹਦਾ ਕੋਈ ਪਤਾ ਮੰਨਦਾ ਕਿੱਧਰ ਨੂੰ ਹੋ ਜੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆਪਣੀ ਅਵਸਥਾ ਖੋਲ੍ਹ ਕੇ ਦੱਸਦਾ, ਮਹਾਰਾਜ, ਅਜੇ ਇਹ ਰੱਬ ਰੂਪ ਨਹੀਂ ਹੋਇਆ, ਇਹ ਰੱਬ ਦੀ ਅੰਸ਼ ਅਜੇ ਨਹੀਂ ਬਣਿਆ। ਭਗਤ ਵਿਖੇ ਨਿਰਮਲ ਮਨ ਕੈਸੇ, ਹੋਵਿਤ ਹੈ ਸੋ ਕੋ ਬਿਦ ਤੈਸੇ। ਮਹਾਰਾਜ, ਮੇਰਾ ਪਹਿਲਾ ਸਵਾਲ ਇਹੀ ਹੈ ਵੀ ਭਗਤੀ ਦੇ ਵਿੱਚ ਮਨ ਨਿਰਮਲ ਹੋ ਕੇ ਲੱਗੇ ਕਿਵੇਂ? ਕਿੱਡਾ ਵੱਡਾ ਗਹਿਰਾ ਸਵਾਲ ਕੀਤਾ ਉਹਨਾਂ ਨੇ ਵੀ ਮੈਂ ਭਗਤੀ ਵੀ ਕਰਦਾ, ਤਪੱਸਿਆ ਵੀ ਕਰਦਾ, ਅਕਸ਼ਮਾਤਰ ਖਿਆਲ ਆ ਜਾਂਦਾ ਕਈ ਵਾਰ ਵੀ ਇੰਨਾ ਲੰਮਾ ਸਮਾਂ ਤੈਨੂੰ ਤਪ ਕਰਦੇ ਨੂੰ ਹੋ ਗਿਆ, ਅਜੇ ਤੱਕ ਰੱਬ ਨਹੀਂ ਮਿਲਿਆ। ਰੱਬ ਮਤਲਬ ਬੇਗਾਨਾ, ਮੈਂ ਤਪ ਕਰਦਾ, ਮੈਨੂੰ ਲੰਮਾ ਸਮਾਂ ਹੋ ਗਿਆ। ਦੋਨੇ ਚੀਜ਼ਾਂ ਅਲੱਗ-ਅਲੱਗ ਹੋ ਗਈਆਂ ਨਾ। ਜਿੱਦਣ ਤੂੰ ਤੇ ਮੈਂ ਦਾ ਭੇਦ ਖਤਮ ਹੋ ਗਿਆ, ਸਭ ਕੁਝ ਤੂੰ ਹੋ ਗਿਆ, ਗੱਲ ਤੇ ਉਸ ਦਿਨ ਬਣਨੀ ਹੈ। ਕਹਿੰਦੇ, ਮਹਾਰਾਜ, ਤਪੱਸਿਆ ਕਰਦਿਆਂ, ਬੰਦਗੀ ਕਰਦਿਆਂ, ਨਾਮ ਜਪਦਿਆਂ ਮੇਰਾ ਮਨ ਨਿਰਮਲ ਨਹੀਂ ਹੋ ਰਿਹਾ। ਭਾਵ ਮੈਂ ਭਗਤੀ ਵੀ ਕਰਦਾ, ਪਰ ਫਿਰ ਵੀ ਅੰਦਰ ਕਿਤੇ ਨਾ ਕਿਤੇ ਲੇਸ ਮਾਤਰ ਵਿਕਾਰ ਹੈ। ਹੁਣ ਤੁਸੀਂ ਆਪ ਸੋਚੋ ਜੀ, ਕਿੱਡੀ ਵੱਡੀ ਗੱਲ ਹੈ। ਜਿਹਦੀ ਭਗਤੀ ਕਰਕੇ ਰੱਬ ਜੀ ਸਾਹਮਣੇ ਬਹਿ ਗਏ ਆ ਕੇ, ਉਹ ਮਨੁੱਖ ਅਜੇ ਵੀ ਕਹਿੰਦਾ ਹੈ, ਮੈਂ ਪੂਰਾ ਨਹੀਂ, ਮੈਂ ਅਧੂਰਾ ਹਾਂ। ਆਖੋ ਸਤਨਾਮ। ਹੈ ਕੋਈ ਮੰਨਣ ਵਾਲਾ ਅੱਜ ਦੇ ਸਮੇਂ? ਇੱਥੇ ਤੇ ਮਾੜਾ ਜਿਹਾ ਮੇਰੇ ਵਰਗਾ 5 ਮੀਟਰ ਦਾ ਚੋਲਾ ਸਵਾਇਆ ਹੋਵੇ ਨਾ, 2 ਲੋਕ ਕਹਿਣ ਤੇਰੇ ਪਾਇਆ ਬੜਾ ਜੱਚਦਾ, ਉਹਨੂੰ ਭੁਲੇਖਾ ਹੋ ਜਾਂਦਾ ਵੀ ਮੈਂ 4 ਸ਼ਬਦ ਬਾਣੀ ਦੇ ਕੰਠ ਕਰ ਲਏ, ਪਤਾ ਨਹੀਂ ਮੈਂ ਕਿਹੜਾ ਬ੍ਰਹਮ ਗਿਆਨੀ ਬਣ ਗਿਆ। ਉਹ ਇਹ ਤੇ ਖੇਡਾਂ ਦੁਨੀਆ ਦੀਆਂ, ਚੱਲੀ ਜਾਂਦਾ ਟਾਈਮ ਪਾਸ ਜ਼ਮਾਨੇ ਦਾ। ਪਰ ਜਿਹਨੂੰ ਰੱਬ ਮਿਲ ਗਿਆ, ਉਹ ਵੀ ਕਹਿੰਦਾ ਮੇਰਾ ਮਨ ਸੁੱਚਾ ਨਹੀਂ ਹੋਇਆ, ਮੈਂ ਵੀ ਅਜੇ ਕੋਈ ਨਾ ਕੁਝ ਸੋਚ ਰਿਹਾ, ਖਿਆਲ ਆ ਜਾਂਦੇ ਆ। ਤੁਸੀਂ ਇਹ ਸੋਚੋ ਵੀ ਆਪਾਂ ਫਿਰ ਕਿੱਥੇ ਖੜੇ ਆ। ਜੇ ਭਰਤਰੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਹਿ ਕੇ ਕਹਿੰਦਾ, ਮਹਾਰਾਜ, ਤੁਹਾਡੇ ਮਿਲਣ ਤੋਂ ਬਾਅਦ ਵੀ ਇਸ ਮਨ ਵਿੱਚ ਅਜੇ ਕੋਈ ਨਾ ਕੋਈ ਫੁਰਨਾ ਹੈ, ਉਹ ਤੁਸੀਂ ਕੱਢ ਸਕਦੇ ਹੋ। ਤੇ ਇਹਦਾ ਮਤਲਬ ਬੜੀ ਗਹਿਰੀ ਅਵਸਥਾ ਹੈ, ਬੜਾ ਡੂੰਘਾ ਹੋਣਾ ਪਏਗਾ। 4 ਦਿਨਾਂ ਦੇ ਜਪ ਤਪ ਸੰਜਮ ਨਾਲ ਕੁਛ ਨਹੀਂ ਬਣਨਾ। ਜਿੱਦਣ ਇਕਾਗਰਤਾ ਬਣੇਗੀ, ਗੱਲ ਉਸੇ ਦਿਨ ਬਣਨੀ ਹੈ। ਗੁਰੂ ਨਾਨਕ ਮਹਾਰਾਜ ਸੁਣ ਰਹੇ ਨੇ ਸਾਰੇ ਸਵਾਲ ਭਰਤਰੀ ਜੀ ਦੇ। ਕਹਿੰਦਾ, ਮਹਾਰਾਜ, ਇਹਨੂੰ ਨਿਰਮਲ ਕਿਵੇਂ ਕੀਤਾ ਜਾਵੇ, ਇਹ ਵਸ ਵਿੱਚ ਕਿਵੇਂ ਆਵੇ? ਬਿਨਾ ਜੋਗ ਅਸਮੰਜਸ ਗਾਥਾ,
ਥਿਰਤਾ ਹੈ ਪ੍ਰਾਪਤ ਮਨ ਸਾਥਾ। ਮਹਾਰਾਜ ਬਿਨਾਂ ਯੋਗ ਤੋਂ ਮੇਰਾ ਮਨ ਟਿਕਦਾ ਨਹੀਂ, ਮੈਨੂੰ ਯੋਗ ਕਰਕੇ ਇਹਨੂੰ ਟਿਕਾਉਣਾ ਪੈਂਦਾ, ਮਤਲਬ ਦੱਬ ਕੇ ਰੱਖਣਾ ਪੈਂਦਾ ਵੀ ਜਦੋਂ ਤੱਕ ਦੱਬ ਕੇ ਰੱਖੋ ਉਦੋਂ ਤੱਕ ਟਿਕਿਆ ਰਹਿੰਦਾ, ਮੁੜ ਕੇ ਵੜਕਾਂ ਮਾਰਨ ਲੱਗ ਪੈਂਦਾ। ਇਹ ਸਾਰਿਆਂ ਨਾਲ ਹੀ ਹੁੰਦਾ ਹੈ। ਮਤ ਸੋਚੋ ਕੋਈ ਮੇਰੇ ਵਰਗਾ ਪਾਠ ਕਰਦਾ ਅੰਦਰੋਂ ਸ਼ਾਂਤ ਹੋਊਗਾ, ਇਹ ਕੋਰਾ ਝੂਠ ਹੈ, ਕਿਸੇ ਨੇ ਨਹੀਂ ਦੱਸਣਾ। ਇਹ ਹਰੇਕ ਬੰਦਾ ਆਪਣੀ ਡਫਲੀ ਵਜਾਉਂਦਾ ਹੈ, ਦਿਖਾਉਂਦਾ ਵੀ ਮੈਂ ਪਤਾ ਨਹੀਂ ਕਿੰਨਾ ਕੁ ਜੁੜਿਆ, ਪਰ ਮਾਫ ਕਰਿਓ ਜੁੜਿਆ ਹੋਇਆਂ ਦਾ ਜੀਵਨ ਬੋਲਦਾ ਹੈ, ਉਹਨਾਂ ਦੀ ਚਾਲ ਬੋਲਦੀ ਹੈ, ਉਹਨਾਂ ਦੀ ਅੱਖ ਬੋਲਦੀ ਹੈ, ਉਹਨਾਂ ਦੀ ਜ਼ੁਬਾਨ ਨਹੀਂ ਬੋਲਦੀ, ਉਹਨਾਂ ਦਾ ਜੀਵਨ ਬੋਲਦਾ। ਕੀ ਨੇ ਭਰਤਰੀ ਕਹਿੰਦਾ ਮਹਾਰਾਜ ਬੜਾ ਔਖਾ ਇਸ ਮਨ ਨੂੰ ਕਾਬੂ ਕਰਨਾ, ਜਦੋਂ ਤੱਕ ਦੱਬ ਕੇ ਰੱਖੋ ਉਦੋਂ ਹੀ ਰਹਿੰਦਾ। ਇਹ ਤੇ ਆਪਣੇ ਨਾਲ ਵੀ ਹੁੰਦਾ। ਕਈ ਵਾਰ ਇਹੀ ਮਨ ਕਹਿੰਦਾ ਚੱਲ ਗੁਰੂ ਘਰ ਚੱਲੀਏ, ਕਥਾ ਸੁਣਾਈਏ, ਸਿਮਰਨ ਕਰ ਆਈਏ, ਸੇਵਾ ਕਰ ਆਈਏ। ਲੈ ਕੇ ਕੌਣ ਆਇਆ ਸੀ? ਮਨ। ਆਉਂਦਾ ਹੋਇਆ ਫਿਰ ਕੀ ਕੁਝ ਸੋਚਦਾ, ਕਹਿੰਦਾ ਜਾਂਦੇ ਹੋਏ ਸਬਜ਼ੀ ਮੰਡੀ ਵੀ ਜਾ ਆਵਾਂਗੇ, ਜੇ ਭਾਈ ਸਾਹਿਬ 5 ਮਿੰਟ ਪਹਿਲਾਂ ਹਟ ਜਾਣ ਫਲਾਣੀ ਮੰਡੀ ਸਬਜ਼ੀ ਲੈ ਲਾਂਗੇ, ਆਉਂਦੇ ਹੋਏ ਫਿਰ ਪੋਤੇ ਨੂੰ ਵੀ ਲੈ ਕੇ ਜਾਣਾ। ਮਨ ਨਹੀਂ ਕਰਦਾ ਨਾ ਸਵਾਲ। ਤੇ ਕਈਆਂ ਦਾ ਮਨ ਬਾਹਰ ਆ ਕੇ ਬੇਈਮਾਨ ਕਹਿੰਦੇ ਛੱਡ ਫੇਰ ਆ ਜਾਾਂਗੇ, ਕੱਲ੍ਹ ਨੂੰ ਸੁਣ ਲਾਂਗੇ, ਪਰਸੋਂ ਸੁਣ ਲਾਂਗੇ। ਤੇ ਜੇ ਮਨ ਅੰਦਰ ਬੈਠ ਵੀ ਗਿਆ, ਸੁਣਦਾ ਸੁਣਦਾ ਕਥਾ ਇੱਧਰ, ਕਰਨ ਵਾਲੇ ਦਾ ਵੀ ਧਿਆਨ ਟਾਈਮ ਪਿਸ ਵੱਲ ਹੈ, ਸੁਣਨ ਵਾਲੇ ਦਾ ਵੀ। ਕਿਉਂ? ਜਿਹੜਾ ਲੈ ਕੇ ਆਇਆ ਉਹ ਕੌਣ ਸੀ? ਮਨ। ਉਹ 5 10 15 ਮਿੰਟ ਬੜਾ ਵਧੀਆ ਟਿਕਿਆ ਬੈਠਾ ਰਿਹਾ, ਹੁਣ ਸਿੱਧਾ ਮੁੱਦਾ ਹੁੰਦਾ ਫਿਰਦਾ। ਸਮਝ ਲਓ ਕਥਾ ਕੀਰਤਨ ਸੁਣਦਾ ਕੋਈ ਬੰਦਾ ਗੋਡਾ ਮੁੱਦਾ ਕਰਦਾ, ਸਿੱਧਾ ਕਰਦਾ, ਇੱਧਰ ਉੱਧਰ ਵੇਖਦਾ, ਭਾਵੇਂ ਅਸੀਂ ਵੀ ਕਿਉਂ ਨਾ ਹੋਈਏ। ਇਹ ਲਾ ਲਓ ਹਿਸਾਬ ਵੀ ਮਨ ਭੱਜਣ ਦੀ ਤਿਆਰੀ 'ਚ। ਆਖੋ ਸਤਨਾਮ। ਇਹ ਗਿੜੇ ਗਿੜੇ ਮਾਰਦਾ ਕਿ ਵੀ ਦੇਖ ਟਾਈਮ ਹੋਇਆ, ਕਦੋਂ ਆਏਗਾ ਬਾਹਰ, ਮੈਂ ਤੇ ਜਾ ਆਇਆ ਫਲਾਣੀ ਥਾਂ ਤੇ, ਤੂੰ ਕਦੋਂ ਜਾਏਗਾ? ਲੈ ਕੇ ਵੀ ਇਹ ਆਇਆ, ਚੰਗੇ ਕਰਮ ਅਸੀਂ ਗੁਰੂ ਘਰ ਲੈ ਆਇਆ। ਇਹੀ ਕਹੀ ਜਾਂਦਾ ਚੱਲ ਛੇਤੀ ਚੱਲੀਏ, ਟਾਈਮ ਕਦੋਂ ਖਤਮ ਹੋਊਗਾ। ਭਰਤਰੀ ਕਹਿੰਦਾ ਮਰਦ ਨੂੰ ਦੱਬ ਕੇ ਰੱਖੋ, ਦੱਬਿਆ ਰਹਿੰਦਾ ਹੈ, ਮਾੜਾ ਜਿਹਾ ਭਾਰ ਚੁੱਕ ਲਓ ਛਾਲ ਮਾਰ ਜਾਂਦਾ। ਗੁਰੂ ਸਾਹਿਬ ਨੇ ਇਹਨੂੰ ਖੱਚਰ ਵਰਗਾ ਕਿਹਾ, ਗਧੇ ਵਰਗਾ। ਗਧਾ ਉਦੋਂ ਤੱਕ ਹੀ ਸੂਤ ਆਉਂਦਾ ਜਦੋਂ ਤੱਕ ਭਾਰ ਲੱਦਿਆ। ਮੈਂ ਕਹਿੰਦਾ ਉਹ ਤੇ ਭਾਵੇਂ 24 ਘੰਟੇ 48 ਘੰਟੇ ਭਾਰ ਲੱਦੀ ਰੱਖੋ, ਬੰਦਾ ਬਣ ਕੇ ਖੜਾ ਰਹਿੰਦਾ, ਸਾਊ ਬਣ ਕੇ। ਮਾੜਾ ਜਿਹਾ ਭਾਰ ਚੱਕ ਲਓ, ਲੇਟੇ ਮਾਰਨੇ ਸ਼ੁਰੂ ਕਰ ਦਿੰਦਾ, ਫੇਰ ਨਹੀਂ ਉਹ ਅੱਗਾ ਪਿੱਛਾ ਵੇਖਦਾ, ਨਾ ਉਹ ਥੱਕੇ। ਕਹਿੰਦੇ ਮਨ ਦੀ ਬਿਰਤੀ ਉਸ ਗਧੇ ਵਰਗੀ ਹੈ, ਜੇ ਭਾਰ ਲੱਦਿਆ ਰਵੇ ਤੇ ਠੀਕ ਰਹਿੰਦਾ। ਜਦੋਂ ਤੱਕ ਪਾਠ ਕਰਦੇ ਰਹੀਏ ਆਪਾਂ, ਸੁਭਾਵਿਕ ਗੱਲ ਹੈ, ਘਰਾਂ 'ਚ ਭੈਣਾਂ ਮਾਵਾਂ ਬੀਬੀਆਂ ਆਮ ਕਹਿੰਦੀਆਂ ਨੇ ਚੱਲ ਭਾਈ ਛੱਡ ਸੀਰੀਅਲ ਕਾਹਨੂੰ ਵੇਖਣਾ, 2 ਘੜੀ ਪਾਠ ਕਰ ਲਈਏ। ਕਿਤੇ ਨਾ ਕਿਤੇ ਅਸੀਂ ਮੰਨ ਰਹੇ ਹਾਂ ਵੀ ਇਹਨੂੰ ਲਾਉਣਾ ਪੈਣਾ ਇਸ ਪਾਸੇ, ਨੇ ਆਪ ਨਹੀਂ ਲੱਗਣਾ। ਮੈਂ ਜਿਹੜਾ ਟਾਈਮ ਗੱਲਾਂ ਬਾਤਾਂ 'ਚ ਖਰਾਬ ਕਰਨਾ, ਫੋਨ ਤੇ ਖਰਾਬ ਕਰਨਾ, 2 ਘੜੀ ਪਾਠ ਕਰ ਲਾਂ, ਬੰਦਗੀ ਕਰ ਲਾਂ। ਉਹੀ ਭਰਤਰੀ ਕਹਿੰਦੇ ਆ, ਕਹਿੰਦੇ ਮਰਦ ਮੈਂ ਯੋਗ ਵੀ ਕੀਤਾ, ਮਨ ਦਾ ਹੱਠ ਵੀ ਕੀਤਾ। ਹੁਣ ਮਨ ਹੱਠ ਬਾਰੇ ਸਤਿਗੁਰ ਕੀ ਕਹਿੰਦੇ? ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਏ। ਕਹਿੰਦੇ ਮਨ ਦੀ ਜਿੱਦ ਕਰਕੇ, ਮਨ ਦਾ ਹੱਠ ਕਰਕੇ ਰੱਬ ਕਿਸੇ ਨੂੰ ਨਹੀਂ ਮਿਲਿਆ, ਨਾ ਕਿਸੇ ਨੂੰ ਮਿਲਣਾ। ਉਹ ਜਦ ਵੀ ਮਿਲਿਆ ਪ੍ਰੇਮ ਨਾਲ ਮਿਲਿਆ, ਪਿਆਰ ਨਾਲ ਮਿਲਿਆ, ਜਿੱਦ ਬਹਿਸ ਨਾਲ ਨਹੀਂ ਮਿਲਿਆ। ਪਾਤਸ਼ਾਹ ਮਨ ਕਾਬੂ ਨਹੀਂ ਹੋ ਰਿਹਾ। ਜਦੋਂ ਤੱਕ ਮੈਂ ਯੋਗ ਕਰਕੇ ਇਹਨੂੰ ਦੱਬ ਕੇ ਰੱਖਾਂ, ਇਹ ਦਬਿਆ ਰਹਿੰਦਾ ਏ। ਇੱਕ ਸੰਸੈ ਮੁਝ ਇਸ ਪ੍ਰਕਾਰੀ, ਦੂਸਰ ਕਹੂੰ ਤੁਮਾਰੀ ਅਗਾਰੀ। ਮਹਾਰਾਜ ਇੱਕ ਤੇ ਮੇਰਾ ਇਹ ਵੱਡਾ ਸ਼ੰਕਾ, ਮੈਂ ਬੜੇ ਸਾਧੂਆਂ ਫਕੀਰਾਂ ਰਿਸ਼ੀਆਂ ਮੁਨੀਆਂ ਨੂੰ ਪੁੱਛਿਆ, ਮੈਂ ਜਿਹਨੂੰ ਪੁੱਛਦਾ ਮਨ ਵਸ ਨਹੀਂ ਆਉਂਦਾ, ਉਹ ਹੱਸ ਕੇ ਕਹਿੰਦੇ ਜਿਹਨੂੰ ਪੁੱਛਦਾ ਉਹਦਾ ਕਿਹੜਾ ਹੈਗਾ। ਆਖੋ ਸਤਨਾਮ। ਸਾਡੀ ਸਭ ਤੋਂ ਵੱਡਾ ਭਰਮ ਇਹੀ ਹੈ, ਅਸੀਂ ਜਾਣੇ ਗਾਣੇ ਨੂੰ ਪੁੱਛਦੇ ਫਿਰਦੇ ਹਾਂ, ਬਾਬਾ ਜੀ ਮਨ ਨਹੀਂ ਟਿਕਦਾ, ਆ ਮੁੰਡਾ ਸਾਡਾ ਟਿੱਕੇ ਨਹੀਂ ਬਹਿੰਦਾ ਜੀ। ਹੁਣ ਬਾਬਾ ਕਿਹੜਾ ਟਿੱਕੇ ਬਹਿੰਦਾ ਭਾਈ ਜਿਹਨੂੰ ਪੁੱਛਦੇ ਹੋ? ਤੂੰ ਮਾੜਾ ਜਿਹਾ ਉੱਠ ਕੇ ਜਾ, ਉਹਨੇ ਫੋਨ ਉਹਦੀ ਚੁੱਕ ਲੈਣਾ, ਕੋਲ ਬੈਠਾ ਵੇਖੀ ਜਾਂਦਾ ਕਿੱਥੇ ਕੀ ਚੱਲਦਾ ਹੈ। ਮਨ ਟਿਕਾਉਣਾ ਸੌਖਾ ਹੈ, ਗੁਰੂ ਦੀ ਕਿਰਪਾ ਬਿਨਾਂ ਨਹੀਂ ਟਿਕਣਾ। ਗੁਰੂ ਜਦੋਂ ਵਰਤਣਗੇ, ਸਤਿਗੁਰ ਦਇਆ ਕਰਨਗੇ ਨਾ, ਇਹ ਪਾਪੀ ਜੀੜਾ ਉਦੋਂ ਹੀ ਟਿਕਣਾ ਏ, ਕੋਈ ਨਹੀਂ ਟਿਕਾ ਸਕਦਾ ਇਹਨੂੰ। ਮੈਂ ਕਹਿੰਦਾ ਤੁਸੀਂ ਮੈਨੂੰ ਆ ਕੇ ਆਖੋ ਭਾਈ ਸਾਹਿਬ ਮਨ ਨਹੀਂ ਟਿਕਦਾ, ਭਾਈ ਸਾਹਿਬ ਦਾ ਕਿਹੜਾ ਟਿਕਿਆ ਹੋਇਆ ਹੈ? ਟਿਕਿਆ ਹੋਇਆ ਹੈ, ਕੋਰਾ ਝੂਠ ਹੈ। ਹਾਂ ਗੁਰੂ ਕਿਰਪਾ ਕਰਦੇ ਕਿਤੇ ਕਥਾ 'ਚ ਟਿਕ ਜੇ, ਬੰਦਗੀ 'ਚ ਟਿਕ ਜੇ, ਸਿਮਰਨ 'ਚ ਟਿਕ ਜੇ, ਉਹ ਸਤਿਗੁਰ ਦੀ ਵਡਿਆਈ ਹੈ, ਆਪਣੀ ਨਹੀਂ ਹੈ। ਕਹਿੰਦੇ ਮਰਦ ਇੱਕ ਤੇ ਸਵਾਲ ਇਹ ਬਹੁਤ ਵੱਡਾ ਹੋ ਗਿਆ ਵੀ ਇਹ ਟਿਕਦਾ ਹੀ ਨਹੀਂ। ਮਨ ਹੱਠ ਕਰੀ ਜਾਓ, ਯੋਗ ਕਰੀ ਜਾਓ, ਟਿਕਿਆ ਰਹਿੰਦਾ। ਜਦੋਂ ਮਾੜਾ ਯੋਗ ਕਰਕੇ ਉੱਠ ਜਾਓ, ਉਦੋਂ ਹੀ ਫਿਰ ਦੂਜੇ ਪਾਸੇ ਉਡਾਰੀਆਂ ਮਾਰਨ ਲੱਗ ਜਾਂਦਾ। ਇਹ ਪਰਮਾਨੈਂਟ ਕਿਵੇਂ ਟਿਕੂਗਾ? ਇਹ ਰੱਬ ਦਾ ਰੂਪ ਕਿਵੇਂ ਹੋਊਗਾ? ਇੱਕ ਤੇ ਇਹ ਸਵਾਲ ਮੈਨੂੰ ਖਾਂਦਾ ਹੈ। ਮੈਂ ਨਾਰਦ ਮੁਨੀ ਜੀ ਨੂੰ ਵੀ ਪੁੱਛਿਆ, ਉਹ ਕਹਿੰਦੇ ਪਿਆਰਿਆ ਵੀ ਜਦੋਂ ਮੇਰਾ ਮਨ ਵੀ ਬੇਕਾਬੂ ਹੁੰਦਾ ਤੇ ਮੈਂ ਵੀ ਨਾ ਫਿਰ ਇੱਧਰ ਉੱਧਰ ਹੋ ਜਾਣਾ। ਆਖੋ ਸਤਨਾਮ। ਮੈਂ ਆਪਣੀ ਬੀਣਾ ਵਜਾ ਕੇ ਨੱਚਣ ਲੱਗ ਪੈਣਾ ਵੀ ਰੱਬਾ ਮੇਰਿਆ ਇਹ ਖਿਆਲ ਹੋਰ ਨਾ ਕਰੇ। ਸਾਰੇ ਸਾਧੂ ਸੱਚ ਬੋਲਦੇ ਆ,
ਕਿਸੇ ਮਹਾਂਪੁਰਖ ਕੋਲ ਜਾ ਕੇ ਕਹਿ ਦਿਓ, ਮਹਾਂਪੁਰਖੋ ਮਨ ਵਸ ਨਹੀਂ ਆਉਂਦਾ, ਪਤਾ ਕੀ ਕਹਿਣਗੇ? ਭਾਈ ਨਾਮ ਜਪਿਆ ਕਰ, ਗੁਰਮੁਖਾ ਬੰਦਗੀ ਕਰ ਲਿਆ ਕਰ, ਸੇਵਾ ਕਰਿਆ ਕਰ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਚੀਜ਼ਾਂ ਕਰਕੇ ਹੀ ਇਹਨੇ ਕਾਬੂ ਆਉਣਾ ਹੈ, ਵਰਨਾ ਵਸ ਨਹੀਂ ਆਉਂਦਾ। ਪੀ ਪਿਆਲਾ ਸਿਧ ਹੈ ਮਸਤਾਨੇ, ਰਹੇ ਅਨਾਹਦ ਧੁਨ ਗਲਤਾਨੇ। ਫਿਰ ਦੂਜਾ ਸਵਾਲ ਕਰਨ ਲੱਗੇ ਭਰਤਰੀ, ਕਹਿੰਦੇ ਮਹਾਰਾਜ ਜਿੰਨੇ ਸਾਡੇ ਸਿੱਧ ਨੇ ਉਹ ਮਨ ਨੂੰ ਟਿਕਾਉਣ ਵਾਸਤੇ ਨਾ ਪਿਆਲਾ ਪੀਂਦੇ। ਪਿਆਲਾ ਕਿਹਨੂੰ ਕਹਿੰਦੇ? ਜਾਮ, ਸ਼ਰਾਬ। ਸਿੱਧ ਪੀਂਦੇ ਸ਼ਰਾਬਾਂ ਕਾਹਦੇ ਲਈ ਪੀਂਦੇ ਸੀ? ਸਾਡੇ ਵਾਂਗੂ ਥੋੜਾ, ਸਾਡੇ ਲੋਕਾਂ ਵਾਂਗੂ ਵੀ 20 ਬੋਤਲਾਂ ਡੱਕ ਕੇ ਕਹਿਣਾ ਓਏ ਪਰਾਂ ਹੋ ਜਾ, ਨਹੀਂ। ਉਹ ਸ਼ਰਾਬ ਪੀਂਦੇ ਜ਼ਰੂਰ ਸੀ, ਪੀਂਦੇ ਸੀ ਭਗਤੀ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਠੀਕ ਹੈ, ਉਹਨਾਂ ਦਾ ਧਰਮ ਸੀ, ਉਹਨਾਂ ਦਾ ਮਾਰਗ ਸੀ। ਕਹਿੰਦੇ ਮਹਾਰਾਜ ਸਾਡੇ ਸਿੱਧ ਮਨ ਵਸ ਕਰਨ ਵਾਸਤੇ ਸ਼ਰਾਬ ਪੀਂਦੇ ਆ, ਪਿਆਲਾ। ਤੁਸੀਂ ਦੱਸੋ ਇਹ ਜਾਇਜ਼ ਹੈ ਜਾਂ ਨਜਾਇਜ਼ ਹੈ? ਮਤਲਬ ਜੇ ਭਰਤਰੀ ਜੀ ਸ਼ਰਾਬ ਦਾ ਜ਼ਿਕਰ ਕਰਦੇ ਆ, ਉਹ ਸ਼ਰਾਬ ਨਹੀਂ ਪੀਂਦੇ, ਸਿੱਧਾਂ ਵਿੱਚ ਰਹਿ ਕੇ ਉਹਨਾਂ ਨੇ ਛੱਡ ਦਿੱਤਾ। ਉਹ ਕਹਿੰਦੇ ਜਦੋਂ ਮੈਂ ਰਾਜਾ ਸੀ ਉਦੋਂ ਪੀਂਦਾ ਸੀ, ਤਰ੍ਹਾਂ ਤਰ੍ਹਾਂ ਦੀਆਂ ਵਾਈਨ ਸ਼ਰਾਬਾਂ ਮੇਰੇ ਕੋਲ ਚੜ੍ਹਦੀਆਂ ਸੀ, ਪਰ ਮੈਨੂੰ ਕਿਸੇ ਸ਼ਰਾਬ ਨੇ ਸਦਾ ਸੰਤੁਸ਼ਟ ਨਹੀਂ ਕੀਤਾ। 1 2 4 ਘੰਟੇ ਦਾ ਅਸਰ ਹੋਇਆ, ਮੁੜ ਕੇ ਲੱਥ ਗਿਆ ਨਸ਼ਾ ਫਿਰ ਉਹਨਾਂ ਹਾਲਾਤਾਂ ਦੇ ਵਿੱਚ। ਕਹਿੰਦਾ ਮਹਾਰਾਜ ਇਹ ਸਾਡੇ ਸਿੱਧ ਨੇ ਨਸ਼ੇ ਦਾ ਜਾਮ ਪੀਂਦੇ ਆ, ਕਹਿੰਦੇ ਰੱਬ ਨਾਲ ਜੁੜੇ ਹੋਏ ਆ। ਇੱਥੇ ਕਿੰਨੇ ਸਾਡੇ ਪੰਜਾਬ 'ਚ ਡੇਰੇ ਖੁੱਲ੍ਹੇ ਆ, ਮਸਤ ਬਣਾ ਦੇਣਗੇ ਬੀਬਾ, ਸੁਲਫਾ ਪੀ ਰਹੇ ਆ, ਚਿੱਟੇ ਲਾ ਰਹੇ, ਨਸ਼ੇ ਦੇ ਭੰਡਾਰ ਬਣੇ ਹੋਏ, ਤੇ ਸਾਡੀ ਨੌਜਵਾਨੀ ਅੱਧੀ ਬਾਹਰ ਲਾਂਘੀ ਰਹਿੰਦੀ ਖੂੰਦੀ ਨਾ ਮਗਰ ਲਾਈ ਹੋਈ ਹੈ। ਕਿੱਥੇ ਰਹੂ ਪੰਜਾਬ? ਜਦੋਂ ਸਿੱਧਾਂ ਦਾ ਸਵਾਲ ਹੋਇਆ ਵੀ ਸਿੱਧ ਸ਼ਰਾਬਾਂ ਪੀਂਦੇ ਨੇ, ਮਸਤ ਪਿਆਲਾ ਪੀਂਦੇ ਆ, ਮਸਤ ਪਿਆਲਾ ਸ਼ਰਾਬ। ਭਾਈ ਬਾਲਾ ਮਰਦਾਨਾ ਜੀ ਵੇਖਣ ਵੀ ਸ਼ਰਾਬ ਨਾਲ ਮਨ ਵਸ ਕਿਵੇਂ ਹੋਇਆ। ਸ਼ਰਾਬ ਤੇ ਭੂਤ ਬਣਾ ਦਿੰਦੀ ਹੈ ਬੰਦੇ ਨੂੰ। ਗੁਰੂ ਸਾਹਿਬ ਦੇ ਬਚਨ ਨੇ ਨਾ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੈ ਖਾਏ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਮਰਦ ਕਹਿੰਦੇ ਜਿਹਨੂੰ ਪੀਤਿਆਂ ਤੇਰੀ ਮੱਤ ਵਿਚਲ ਜਾਂਦੀ, ਤੈਨੂੰ ਧੀ ਭੈਣ ਪਤਨੀ ਭਰਾ ਦੀ ਸ਼ਰਮ ਨਹੀਂ, ਤੂੰ ਉਹ ਸ਼ਰਾਬ ਦੀਆਂ ਗੱਲਾਂ ਕਰਦਾ ਵੀ ਮੈਂ ਮਨ ਕਾਬੂ ਕਰ ਲੂੰ। ਪਰ ਭਰਤਰੀ ਜੀ ਕਹਿੰਦੇ ਮਹਾਰਾਜ ਸਿੱਧ ਪੀਂਦੇ ਆ, ਪਰ ਮੈਂ ਨਹੀਂ ਪੀਤੀ। ਉਹ ਕਹਿੰਦੇ ਤੂੰ ਇਹ ਜਾਮ ਦਾ ਪਿਆਲਾ ਪੀ ਕੇ ਵੇਖ, ਦੇਖੀ ਤੇਰੀ ਅਨਹਦਾ ਨਾਦ ਵਿੱਚ ਸੁਰਤ ਕਿਵੇਂ ਜੁੜਨੀ ਐ। ਵਿਖੇ ਬਾਸਨ ਤੇ ਬੈਰਾਗੀ, ਨਿਸਬਾਸਰ ਏਕੋ ਲਿਵ ਲਾਗੀ। ਉਹਨੇ ਨਾਲ ਹੀ ਦੱਸਿਆ ਮਰਦ ਸ਼ਰਾਬ ਇਸ ਕਰਕੇ ਪੀਂਦੇ, ਕਹਿੰਦੇ ਸ਼ਰਾਬ ਪੀਤਿਆਂ ਤੋਂ ਵਿਸ਼ੇ ਵਿਕਾਰ ਨੇੜੇ ਨਹੀਂ ਆਉਂਦੇ। ਪਰ ਦੁਨਿਆਵੀ ਬੰਦਾ ਤੇ दारू ਪੀ ਕੇ ਡਿਸਕੋ ਡਾਂਸ ਕਰਦਾ ਫਿਰਦਾ, ਇਹ ਤੇ ਸੱਪ ਵਾਂਗੂ ਮੇਲਦਾ ਫਿਰਦਾ। ਇਹ ਤੇ ਸ਼ਰਾਬ ਹੈ ਜਿਹੜੀ ਸਾਰੇ ਪਾਪਾਂ ਦੀ ਜੜ ਹੈ। ਪਰ ਸਿੱਧਾਂ ਦਾ ਹਿਸਾਬ ਹੋਰ ਸੀ, ਕਿਉਂਕਿ ਉਹ ਤਪੱਸਵੀ ਲੋਕ ਨੇ, ਬੰਦਗੀ ਵਾਲੇ ਆ। ਉਹ ਸ਼ਰਾਬ ਪੀ ਕੇ ਨੱਚਦੇ ਨਹੀਂ ਸੀ, ਗਾਉਂਦੇ ਨਹੀਂ ਸੀ, ਉਹ ਤਪੱਸਿਆ ਕਰਦੇ ਸੀ। ਪਰ ਉਹ ਫਿਰ ਸਵਾਲ ਕਰਦੇ, ਕਹਿੰਦੇ ਮਹਾਰਾਜ ਇਹ ਸ਼ਰਾਬ ਨੂੰ ਪੀਤਿਆਂ ਮਨ ਇਕਾਗਰ ਹੋ ਸਕਦਾ ਹੈ? ਮਨ ਨਾਲ ਕੀ ਕੰਸਰਨ ਹੈ ਸ਼ਰਾਬ ਦਾ? ਇਸ ਕਰਕੇ ਜਦੋਂ ਇਹ ਸਵਾਲ ਭਰਤਰੀ ਜੀ ਕਿਸੇ ਹੋਰ ਸਾਧੂ ਕੋਲ ਕਰਦੇ ਸੀ, ਹੱਥ ਜੋੜ ਜਾਂਦੇ, ਕਹਿੰਦੇ ਬਾਬਾ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਇਹ ਤੇ ਬੜੀਆਂ ਗਹਿਰੀਆਂ ਨੇ। ਹੁਣ 84 ਸਿੱਧ ਨੇ ਜੀ, 84 ਦੇ 84 ਸ਼ਰਾਬ ਪੀਂਦੇ ਸੀ, ਪਰ 84 ਦਾ ਮਨ ਕਾਬੂ ਨਹੀਂ, ਮਨ ਵਸ ਨਹੀਂ। ਜੇ ਸਿੱਧਾਂ ਦਾ ਮਨ ਵਸ ਨਹੀਂ, ਜਿਨ੍ਹਾਂ ਦੇ ਵਸ ਦੁਨੀਆ ਤੁਰੀ ਫਿਰਦੀ ਸੀ, ਤੇ ਵਸ ਹੋਊ ਕਿਹਦੇ ਫਿਰ? ਕਹਿੰਦੇ ਪਾਤਸ਼ਾਹ ਉਹ ਕਹਿੰਦੇ ਸਾਡੀ ਲਿਵ ਲੱਗ ਜਾਂਦੀ ਹੈ ਇਹਦੇ ਨਾਲ। ਉਹਨਾਂ ਧਰਮ ਵਾਲੇ ਪਾਸੇ ਲਾਇਆ ਹੋਇਆ ਸੀ ਚੀਜ਼ ਨੂੰ। ਗੁਰੂ ਬਾਬਾ ਜੀ ਬੜਾ ਮੁਸਕਰਾਏ, ਕਹਿੰਦਾ ਮਹਾਰਾਜ ਮੇਰੇ ਆ 2 ਸਵਾਲ ਨੇ, ਹੈ ਬੜੇ ਗਹਿਰੇ ਨੇ, ਮੈਨੂੰ ਪਤਾ ਹੈ ਤੁਹਾਡੇ ਬਿਨਾਂ ਇਹਨਾਂ ਦੇ ਜਵਾਬ ਨਹੀਂ ਮਿਲਣੇ। ਅੱਜ ਦੇ ਦੀਵਾਨਾਂ 'ਚ ਸਵਾਲ ਕੀਤੇ ਆ ਭਰਤਰੀ ਜੀ ਨੇ, ਗੁਰੂ ਸਾਹਿਬ ਕਿਰਪਾ ਕਰਨ ਕੱਲ੍ਹ ਦੇ ਦੀਵਾਨਾਂ 'ਚ ਦੋਨਾਂ ਦੇ ਜਵਾਬ ਮਹਾਰਾਜ ਆਪ ਦੇਣਗੇ। ਆ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹ ਬੜੀਆਂ ਵਾਹ ਕਮਾਲ ਨੇ। ਕਿਵੇਂ ਗੁਰੂ ਸਾਹਿਬ ਉੱਤਰ ਦੇਣਗੇ? ਜਦੋਂ ਇਹ ਚੀਜ਼ਾਂ ਸਾਨੂੰ ਸਮਝ ਆ ਗਈਆਂ ਨਾ, ਐਡਾ ਮਾਣ ਆਪਣੇ ਸਤਿਗੁਰ ਤੇ ਹੁੰਦਾ, ਇੰਨੀ ਖੁਸ਼ੀ ਹੁੰਦੀ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਨੀਆ ਦਾ ਕੋਈ ਐਸਾ ਵਿਸ਼ਾ ਨਹੀਂ ਜਿਹਨੂੰ ਨਾ ਛੂਹਿਆ ਹੋਵੇ, ਜਿਸ ਗੱਲ ਦਾ ਜਵਾਬ ਨਾ ਦਿੱਤਾ ਹੋਵੇ। ਸਤਿਗੁਰਾਂ ਦੀ ਦਇਆ ਨਾਲ ਕੱਲ੍ਹ ਦੇ ਦੀਵਾਨਾਂ 'ਚ ਅਗਲੇ ਜਵਾਬਾਂ ਦਾ ਆਨੰਦ ਮਾਣਾਂਗੇ। ਗੁਰੂ ਸਾਹਿਬ ਭਰਤਰੀ ਨੂੰ ਕੀ ਉਪਦੇਸ਼ ਬਖਸ਼ਦੇ ਆ।